Vineet, unmute and start with. वाहेगुरु जी का खालसा वाहेगुरु जी की फतेह। सुन रे सखी ए हमारी काल प्रभ आप सिगार सवारन हार सुन रे सखी ए हमारी काल प्रभ आप सिगार सवारन हार लाल चोलना तन सोहे लाल चोलना तन सोहे सुरजन पानी दामन मोहे सुरजन पानी दामन मोहे सुन रे सखी ए हमारी काल प्रभ आप सिगार सवारन हार सुन रे सखी ए हमारी काल प्रभ आप सिगार सवारन हार पवन बनी तेरी पवन बनी तेरी पवन तू पे गुलाली कवन तू पे गुलाली सुन रे सखी ए हमारी काल प्रभ आप सिगार सवारन हार तुम ही सुंदर तुम है सुहाग तुम ही सुंदर तुम है सुहाग तुम कर लाया, तुम कर पार
पर सुनरी सखी ये हमारी काल प्रभु आप सिगार सवारन हार तू सतवंती तू परधान तू सतवंती तू परधान तू प्रीतम पानी तू ही सुर ज्ञान तू प्रीतम पानी तू ही सुर ज्ञान सुनरी सखी ये हमारी काल प्रभु आप सिगार सवारन हार सुनरी सखी ये हमारी काल प्रभु आप सिगार सवारन हार प्रीतम पानी तरंग गुलाल प्रीतम पानी तरंग गुलाल कहो नानक शुभ दृष्ट निहार कहो नानक शुभ दृष्ट निहार सुनरी सखी ये हमारी काल प्रभु आप सिगार सवारन हार कवन बनी रे तेरी कवन बनी तेरी लाली कवन रंग तू पई गुलाली कवन रंग तू पई गुलाली सुनरी सखी ये हमारी काल प्रभु आप सिगार सवारन हार सुनरी सखी ये हमारी काल
रब आप सिगार सवारन हार। वाहिगुरु जी का खालसा, वाहिगुरु जी की फतेह। वाहिगुरु जी का खालसा, वाहिगुरु जी की फतेह। ਅਸੀਂ ਬਹੁਤ ਧੰਨਵਾਦੀ ਹਾਂ ਵਿਨੀਤ ਕੌਰ ਜੀ ਦੇ ਕਿ ਜਿਨ੍ਹਾਂ ਨੇ ਇੰਨੇ ਮਿੱਠੇ ਢੰਗ ਨਾਲ ਸਾਨੂੰ ਗੁਰਬਾਣੀ ਨਾਲ ਜੋੜਿਆ ਹੈ, ਗੁਰਬਾਣੀ ਦੇ ਸ਼ਬਦ ਨਾਲ ਜੋੜਿਆ ਹੈ। ਤੇ ਸਾਰਿਆਂ ਨੂੰ ਮੈਂ ਜੀ ਆਇਆਂ ਆਖਦਾ ਹੋਇਆ ਇਸ ਵੀਕ ਦੇ ਜਿਹੜੇ ਸੈਸ਼ਨ ਵਿੱਚ ਅਸੀਂ ਸਾਰਿਆਂ ਨੂੰ ਵੈਲਕਮ ਕਰਦਾ ਮੈਂ। ਸੋ ਬਿਫੋਰ ਵੀ ਸਟਾਰਟ ਮੈਂ ਇੱਕ ਇੰਪੋਰਟੈਂਟ ਅਨਾਉਂਸਮੈਂਟ ਕਰਨਾ ਚਾਹੁੰਦਾ ਕਿ ਜਿਹੜਾ ਸਾਡਾ 15 ਅਗਸਤ ਦਾ ਸੈਮੀਨਾਰ ਆਉਣ ਵਾਲਾ ਹੈਗਾ, ਹਰ ਸਾਲ ਦੀ ਤਰ੍ਹਾਂ ਜਿਵੇਂ ਅਸੀਂ 2 ਅਕਤੂਬਰ 26 ਜਨਵਰੀ ਔਰ 15 ਅਗਸਤ ਨੂੰ ਸੈਮੀਨਾਰ ਕਰਦੇ ਹਾਂ, ਉਹਦੇ ਵਿੱਚ ਜਿਹੜਾ ਵਿਸ਼ਾ ਵੀਰ ਜੀ ਲੈਣ ਵਾਲੇ ਨੇ ਉਹ ਹੈਗਾ ਮਨੁੱਖ ਦੀ ਰੂਹਾਨੀਅਤ, ਰੂਹਾਨੀ ਘਾੜਤ, divine mechanism of human body. So it is a very unique and different kind of concept which VG is going to share with all of us. So मैं आप सब ਨੂੰ ਰਿਕੁਐਸਟ ਕਰਾਂਗਾ ਅਸੀਂ ਇਹਦਾ ਪੋਸਟਰ ਆਪ ਸਭ ਨਾਲ ਜਲਦੀ ਸੋਸ਼ਲ ਮੀਡੀਆ ਤੇ ਸਾਂਝ ਕਰਾਂਗੇ। ਸੋ ਵੱਧ ਤੋਂ ਵੱਧ ਅਸੀਂ ਆਪਣੇ ਸਰਕਲ ਵਿੱਚ ਇਹਨੂੰ ਫਲੋਟ ਕਰੀਏ ਸੋ ਦੈਟ ਇਹ ਮੈਸੇਜ ਹਰ ਘਰ 'ਚ ਪਹੁੰਚੇ ਕਿ ਆਪਣੇ ਬੋਡੀ ਵਿੱਚ ਇਹ ਡਿਵਾਈਨ ਵਿਜ਼ਡਮ ਦਾ ਮੈਕੈਨਿਜ਼ਮ ਕਿਵੇਂ ਜਨਰੇਟ ਔਰ ਡਿਵੈਲਪ ਕੀਤਾ ਜਾਏ। ਸੋ ਮੈਂ ਹੁਣ ਰਿਕੁਐਸਟ ਕਰਾਂਗਾ ਪੁਸ਼ਪਿੰਦਰ ਵੀਰ ਜੀ ਨੂੰ ਕਿ ਉਹ ਲਾਸਟ ਵੀਕ ਦਾ ਜਿਹੜਾ ਪ੍ਰੋਗਰਾਮ ਅਸੀਂ ਕੀਤਾ ਸੀ ਉਹ ਰੀਕੈਪ ਕਰਨ ਬਿਫੋਰ ਵੀ ਇਨਵਾਈਟ ਵੀਰ ਪੁਸ਼ਪਿੰਦਰ ਸਿੰਘ ਜੀ। ਸੋ ਪੁਸ਼ਪਿੰਦਰ ਵੀਰ ਜੀ ਪਲੀਜ਼ can you please recap the program? Please unmute yourself. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਜਿਵੇਂ ਕਿ ਅਸੀਂ ਲੜੀਵਾਰ ਇੱਕ ਅਖਾਣ ਅਤੇ ਇੱਕ ਜਿਹੜੀ ਸ਼ਬਦਾਵਲੀ ਹੈ ਉਹ ਅਸੀਂ ਵਿਚਾਰ ਕਰ ਰਹੇ ਹਾਂ। ਵੀਰ ਜੀ ਨੇ ਜੋ ਪੁਸਤਕ ਲਿਖੀ ਹੈ ਗੁਰਬਾਣੀ ਦੇ ਚਾਨਣ ਵਿੱਚ ਅਖਾਣ, ਉਹਦੇ ਵਿੱਚੋਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿੰਨਾ ਵੱਧ ਤੋਂ ਵੱਧ ਹੋ ਸਕੇ ਟੌਪਿਕਸ ਨੂੰ ਕਲੀਅਰ ਕਰੀਏ। ਤੇ ਅਸੀਂ ਬੜੇ ਸਾਰੇ ਅਖਾਣ ਜਿਵੇਂ ਵਿਚਾਰ ਹੀ ਚੁੱਕੇ ਹਾਂ ਕਿ ਕਿਵੇਂ ਅਖਾਣ ਹੁੰਦੇ ਨੇ। ਅਖਾਣਾਂ ਦੇ ਵਿੱਚ ਅਖਾਣਾਂ ਦੀ ਇੱਕ ਸਪੈਸ਼ਲਿਟੀ ਇਹ ਹੁੰਦੀ ਹੈ ਕਿ ਬੜੇ ਘੱਟ ਹੀ ਲਫ਼ਜ਼ਾਂ ਦੇ ਵਿੱਚ ਬੜੀ ਡੂੰਘੀ ਗੱਲ ਕੀਤੀ ਜਾਂਦੀ ਹੈ। ਜਿਵੇਂ ਅੱਖਾਂ ਫੇਰ ਲੈਣਾ। ਹੁਣ ਅੱਖਾਂ ਫੇਰ ਲੈਣਾ ਜਿਹੜਾ ਹੈਗਾ, ਅਗਰ ਫਿਜ਼ੀਕਲੀ ਦੇਖਿਆ ਜਾਏ ਤੇ ਜਿਹੜੀਆਂ ਇਹ ਅੱਖਾਂ ਨੇ ਉਹਨਾਂ ਦੀ ਡਾਇਰੈਕਸ਼ਨ ਚੇਂਜ ਕਰਨ ਨੂੰ ਕਹਿੰਦੇ ਆ। ਪਰ ਜਦੋਂ ਅਸੀਂ ਇਹਨੂੰ ਗਹਿਰਾਈ ਵਿੱਚ ਵਿਚਾਰਾਂਗੇ ਤਾਂ ਇਸ ਦਾ ਮਤਲਬ ਇਹ ਵੀ ਹੁੰਦਾ ਹੈ ਕਿ ਅੱਖਾਂ ਫੇਰ ਲੈਣੀਆਂ ਮਤਲਬ ਉਹਨੇ ਮੇਰੇ ਵੱਲੋਂ ਧਿਆਨ ਹਟਾ ਲਿਆ ਜਾਂ ਫਿਰ ਉਸਨੇ ਮੈਨੂੰ ਇਗਨੋਰ ਕਰ ਦਿੱਤਾ, ਜਿਸਨੇ ਵੀ ਅੱਖਾਂ ਫੇਰੀਆਂ। ਤੇ ਇਹਦੇ ਨਾਲ ਦਾ ਹੀ ਲੱਗਦਾ ਜਿਹੜਾ ਅਖਾਣ ਸੀਗਾ ਅਸੀਂ ਸਮਝਿਆ ਸੀਗਾ ਮੂੰਹ ਫੇਰਨਾ ਜਾਂ ਮੂੰਹ ਮੋੜਨਾ। ਤੇ ਜਦੋਂ ਅਸੀਂ ਕਿਸੇ ਦੀ ਗੱਲ ਨਾਲ ਸਹਿਮਤ ਨਾ ਹੋਈਏ ਤੇ ਉਹਨੂੰ ਅਸੀਂ ਕਹਿੰਦੇ ਕਿ ਅਸੀਂ ਮਨ ਕਰਕੇ ਉਸ ਵੱਲੋਂ ਮੂੰਹ ਫੇਰ ਲਿਆ, ਮੂੰਹ ਉਲਟੇ ਪਾਸੇ ਕਰ ਲਿਆ, ਕਿਉਂਕਿ ਅਸੀਂ ਸਹਿਮਤ ਨਹੀਂ ਹੈਗੇ। ਤਾਂ ਜਦੋਂ ਸਦਾਚਾਰ ਦੀ ਗੱਲ ਆਉਂਦੀ ਹੈ, ਜਦੋਂ ਵੈਲਿਊਜ਼ ਦੀ ਗੱਲ ਆਉਂਦੀ ਹੈ, ਜਦੋਂ ਗੁਣਾਂ ਦੀ ਗੱਲ ਆਉਂਦੀ ਹੈ ਔਰ ਅਸੀਂ ਉਹਨਾਂ ਗੁਣਾਂ ਨੂੰ ਅਗਰ ਇੰਪਲੀਮੈਂਟ ਨਹੀਂ ਕਰ ਰਹੇ ਤਾਂ ਇਹਦਾ ਮਤਲਬ ਅਸੀਂ ਉਹਨਾਂ ਗੁਣਾਂ ਵੱਲੋਂ, ਉਸ ਸਦਾਚਾਰ ਦੇ ਸੁਨੇਹੇ ਵੱਲੋਂ ਮੂੰਹ ਮੋੜ ਲਿਆ। ਯਾਨੀ ਕਿ ਅਸੀਂ ਇਨ ਐਗਰੀਮੈਂਟ ਹੈ ਹੀ ਨਹੀਂ। ਯਾਨੀ ਕਿ ਮੈਂ ਮੰਨ ਹੀ ਨਹੀਂ ਰਿਹਾ ਕਿ ਮਿੱਠਾ ਬੋਲਣਾ ਲਾਜ਼ਮੀ ਹੈ, ਕਿਉਂਕਿ ਮੈਂ ਕੌੜਾ ਬੋਲ ਰਿਹਾ, ਯਾਨੀ ਕਿ ਇੱਕ ਤੇ ਉਲਟ ਕੰਮ ਕਰ ਰਿਹਾ। ਔਰ ਇਹ ਜਾਣਦੇ ਹੋਏ ਵੀ ਕਿ ਗੁਰਬਾਣੀ ਦੇ ਵਿੱਚ ਜਿਵੇਂ ਸਾਨੂੰ ਬਾਰ-ਬਾਰ ਜਿਹੜਾ ਮੈਸੇਜ ਮਿਲਦਾ ਉਹ ਮਿੱਠਾ ਬੋਲਣ ਦਾ ਮਿਲਦਾ, ਆਪਣੀ ਬਾਣੀ ਨੂੰ, ਆਪਣੀ ਬੋਲ ਬਾਣੀ ਨੂੰ ਸੁਧਾਰਨ ਦਾ ਮੈਸੇਜ ਮਿਲਦਾ। ਪਰ ਜੇ ਉਹ ਮੈਂ ਨਹੀਂ ਕਰ ਰਿਹਾ, ਹੁਣੇ ਵੀ ਮੈਨੂੰ ਅਗਰ ਇਹੀ ਲੱਗਦਾ ਹੈ ਕਿ ਬਈ ਕੌੜੇ ਬੋਲ ਕੇ ਜਾਂ ਗਾਲਾਂ ਕੱਢ ਕੇ ਜਾਂ ਉੱਚਾ ਬੋਲ ਕੇ ਕਿਸੇ ਕੋਲੋਂ ਕੰਮ ਕਢਵਾਉਣ ਦਾ ਅਗਰ ਉਦਾਹਰਣ ਵੀ ਲਈਏ
ਤਾਂ ਉਹ ਹੋ ਸਕਦਾ ਟੈਂਪਰੇਰੀਲੀ ਅਸੀਂ ਕੰਮ ਉਹਦੇ ਕੋਲੋਂ ਕਟਵਾ ਲਾਂਗੇ, ਪਰ ਜਿਹੜੀ ਮੇਰੀ ਇੱਕ ਜਿਹੜੀ ਆਦਤ ਬਣ ਜਾਏਗੀ ਉਸ ਤੋਂ ਮੈਂ ਫਿਰ ਛੁੱਟ ਨਹੀਂ ਪਾਵਾਂਗਾ। ਉਹ ਫਿਰ ਅਗਰ ਮੇਰੇ ਘਰ ਕਰ ਗਈ, ਜੇ ਉਹ ਗੱਲਾਂ, ਜੇ ਉਹ ਆਦਤ, ਜੇ ਉਹ ਵਾਦੀਆਂ ਮੇਰੇ ਘਰ ਕਰ ਗਈਆਂ, ਤਾਂ ਫਿਰ ਮੈਂ ਉਹਨਾਂ ਤੋਂ ਛੁੱਟ ਨਹੀਂ ਪਾਵਾਂਗਾ। ਉਹਨਾਂ ਤੋਂ ਛੁੱਟਣ ਲਈ ਫਿਰ ਮੈਨੂੰ ਮੁਸ਼ੱਕਤ ਕਰਨੀ ਪਏਗੀ। ਸੋ ਜਦੋਂ ਕੋਈ ਸਾਡੀ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਦੇਵੇ ਤਾਂ ਅਸੀਂ ਸੁਭਾਵਿਕ ਹੀ ਕਹਿੰਦੇ ਹਾਂ ਕਿ ਉਸਨੇ ਮੂੰਹ ਹੀ ਫੇਰ ਲਿਆ। ਸੋ ਇਸੇ ਤਰ੍ਹਾਂ ਅਗਰ ਅਸੀਂ ਗੁਣਾਂ ਨੂੰ ਨਹੀਂ ਮੰਨ ਰਹੇ ਤਾਂ ਮੰਨ ਲਓ ਕਿ ਅਸੀਂ ਮੂੰਹ ਫੇਰ ਲਿਆ, ਗੁਣਾਂ ਵੱਲੋਂ ਮੂੰਹ ਫੇਰ ਲਿਆ, ਸਦਾਚਾਰੀ ਜੀਵਨ ਵੱਲੋਂ ਮੂੰਹ ਫੇਰ ਲਿਆ, ਕਿਉਂਕਿ ਅਸੀਂ ਮੰਨ ਨਹੀਂ ਰਹੇ। ਸੋ ਇਸੇ ਤਰ੍ਹਾਂ ਜਦੋਂ ਸਾਡਾ ਮਨ ਸਤਿਗੁਰ ਦੀ ਗੱਲ ਨਾ ਮੰਨੇ ਤਾਂ ਇਸ ਨੂੰ ਮੂੰਹ ਫੇਰਨਾ ਕਹਿੰਦੇ ਹਨ। ਸੋ ਇਹ ਅਖਾਣ ਅਸੀਂ ਲਾਸਟ ਟਾਈਮ ਸਮਝੇ ਸੀਗੇ। ਸੋ ਅੱਜ ਵੀਰ ਜੀ ਜਾਂ ਤੇ ਇਸ ਵਿੱਚ ਐਡੀਸ਼ਨ ਕਰਨਗੇ ਜਾਂ ਫਿਰ ਅਗਲਾ ਜਿਹੜਾ ਅਖਾਣ ਹੈ ਉਹ ਲੈਣਗੇ। ਸੋ ਵੀਰ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸੋ ਵੀਰ ਜੀ ਆਪ ਜੀ ਅਵੇਲੇਬਲ ਹੋ? ਹਾਂਜੀ ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਮਸਕਾਰ, ਗੁੱਡ ਮਾਰਨਿੰਗ, अस्सलाम वालेकुम। ਸਾਰਿਆਂ ਦਾ ਧੰਨਵਾਦ। ਗਨੀ ਬੱਚੀ ਦਾ ਖਾਸ ਧੰਨਵਾਦ ਜਿਸਨੇ ਸਪੈਸ਼ਲੀ ਇੰਨਾ ਸੋਹਣਾ ਸ਼ਬਦ ਗਾਇਆ। ਉਹਦੇ ਪੇਰੈਂਟਸ, ਉਹਦੇ ਗ੍ਰੈਂਡ ਪੇਰੈਂਟਸ, ਉਹਦੇ ਸਾਰਾ ਫੈਮਿਲੀ ਮੈਂਬਰਸ, ਸਭ ਦਾ ਧੰਨਵਾਦ ਜਿਹੜੇ ਐਸਾ ਮਾਹੌਲ ਤਿਆਰ ਕਰਦੇ ਹੋ। ਤੇ ਜੁਝਾਰ ਜੀ, ਪੁਸ਼ਪਿੰਦਰ ਜੀ, ਤੁਹਾਡਾ ਧੰਨਵਾਦ। ਬਾਕੀ ਸਾਰਿਆਂ ਜਿਨ੍ਹਾਂ ਨੇ ਜੁਆਇਨ ਕੀਤਾ ਸਾਰਿਆਂ ਦਾ ਵੈਲਕਮ। ਤੁਸੀਂ ਜਿਹੜਾ 15 ਅਗਸਤ ਦੇ ਸੈਮੀਨਾਰ ਦੀ ਸਾਂਝ ਕੀਤੀ ਹੈ ਉਹਦਾ ਤੁਸੀਂ ਪੋਸਟਰ ਔਰ ਟਾਈਮਿੰਗ ਸਾਰਿਆਂ ਨੂੰ ਦੱਸਣੀ ਹੈ ਤਾਂ ਕਿ ਇੰਡੀਅਨ ਟਾਈਮ ਜਾਂ ਵੈਸਟਰਨ ਟਾਈਮ ਜੋ ਕੁਛ ਵੀ ਸਾਨੂੰ ਉਹਦੇ ਵਿੱਚ ਦੱਸਣਾ ਹੈ ਉਹ ਸਾਰਿਆਂ ਨੂੰ ਨਾਲ ਦੇ ਨਾਲ ਰਿਮਾਈਂਡ ਕਰਾ ਸਕੀਏ। ਤੇ ਉਹਦੇ ਵਾਸਤੇ ਕੁਐਸਚਨ ਆਨਸਰਸ ਵੀ ਲੈਣੇ ਹਨ। ਤੇ ਜਿਹੜਾ ਸਾਡਾ ਲੜੀਵਾਰ ਹੈ ਜ਼ੂਮ ਸੈਸ਼ਨ ਚੱਲ ਰਿਹਾ, ਇਹਦੇ ਵਿੱਚ ਗੁਰਬਾਣੀ ਦੇ ਚਾਨਣ ਵਿੱਚ ਅਖਾਣ। ਸੋ ਅਸੀਂ ਹੁਣ ਤੱਕ ਆਪਣੀ ਇਸ ਪੁਸਤਕ ਚੋਂ ਜਿਹੜੀ ਲਿਵਿੰਗ ਟ੍ਰੈਜਰ ਦੀ ਪੁਸਤਕ ਹੈ ਇਹਦੇ ਵਿੱਚ 7-8 ਅਸੀਂ ਅਖਾਣ ਡਿਸਕਸ ਕਰ ਚੁੱਕੇ ਹਾਂ। ਲਾਸਟ ਫਿਊ ਵੀਕਸ ਵਿੱਚ ਅਸੀਂ ਤਨ ਅਰਪਣਾ, ਸਭ ਦੇਸ਼ ਅਰਪਣਾ, ਫਿਰ ਲਾਸਟ ਵੀਕ ਅਸੀਂ ਸ਼ੁਰੂ ਕੀਤਾ ਤਨ ਅਰਪਣਾ ਤੇ ਮੂੰਹ ਫੇਰਨਾ। ਸੋ ਮੂੰਹ ਫੇਰਨਾ ਤੱਕ ਅਸੀਂ ਜੋ ਕੁਛ ਵੀ ਡਿਸਕਸ ਕੀਤਾ, ਮੇਰੇ ਵੀਰ ਪੁਸ਼ਪਿੰਦਰ ਜੀ ਤੁਸੀਂ ਰੀਕੈਪ ਕੀਤਾ ਹੈ। ਤਾਂ ਰੀਕੈਪ ਕਰਕੇ ਜਿਹੜਾ ਸੁਨਿਆ ਮੂੰਹ ਫੇਰਨ ਤੱਕ, ਅੱਖਾਂ ਫੇਰਨ ਤੱਕ ਤੁਸੀਂ ਸਾਂਝ ਕੀਤਾ ਹੈ। ਇਹਦੇ ਵਾਸਤੇ ਪੁਸਤਕ ਨੂੰ ਦੁਬਾਰਾ ਅੱਜ ਕੌਣ ਪੜ੍ਹੇਗਾ ਉਹ ਪੜ੍ਹ ਲਓ ਤਾਂ ਕਿ ਫਿਰ ਅਸੀਂ ਅੱਗੇ ਵੱਧ ਸਕੀਏ। ਲੇਕਿਨ ਜਿਹੜਾ ਧਨ ਅਰਪਣਾ ਦਾ ਰੀਕੈਪ ਜੇ ਦੁਬਾਰਾ ਤੋਂ ਕਰ ਲਈਏ ਤਾਂ ਇਹ ਜਿਹੜੇ ਲਫ਼ਜ਼ ਨੇ ਉਹ ਮਨ ਅਰਪੀ, ਮਨ ਅਰਪਣਾ ਕੀ ਹੁੰਦਾ ਹੈ, ਸਭ ਤਨ ਅਰਪੀ, ਤਨ ਅਰਪਣਾ ਕੀ ਹੁੰਦਾ ਹੈ, ਅਰਪੀ ਸਭ ਦੇਸ਼ਾ, ਫਿਰ ਅਸੀਂ ਦੇਸ਼ ਅਰਪਣਾ ਸਿੱਖਿਆ। ਇੰਜ ਅਸੀਂ ਧਨ ਅਰਪਣਾ ਸਿੱਖਿਆ ਕਿ ਜੋ ਮੈਂ ਆਪਣੇ ਕੋਲ ਦੁਨਿਆਵੀ ਪੈਸੇ ਦੀ ਗੱਲ ਨਹੀਂ ਚੱਲ ਰਹੀ, ਧਾਰਮਿਕ ਦੁਨੀਆ ਵਿੱਚ ਜੋ ਮੈਂ ਆਪਣੇ ਕੋਲ ਆਪਣਾ ਐਸੈਟ, ਆਪਣਾ ਕੈਪੀਟਲ ਇਕੱਠਾ ਕੀਤਾ ਹੋਇਆ ਹੈ, ਔਰ ਉਹ ਵੀ ਜਦੋਂ ਅਰਪਣ ਦੀ ਗੱਲ ਆਉਂਦੀ ਹੈ ਤਾਂ ਅਸੀਂ ਉਸਨੂੰ ਕਹਿੰਦੇ ਹਾਂ ਜੋ ਮੈਂ ਆਪਣੇ ਨੈਗੇਟਿਵ ਐਟੀਟਿਊਡ, ਮੰਦੇ ਸੁਭਾਅ ਦਾ ਜਿਹੜਾ ਧਨ ਇਕੱਠਾ ਕੀਤਾ ਹੋਇਆ ਉਹ ਮੈਨੂੰ ਅਰਪਣ ਕਰਨਾ ਪਏਗਾ, ਉਹ ਮੈਨੂੰ ਸਰੈਂਡਰ ਕਰਨਾ ਪਏਗਾ। ਉਹ ਸਰੈਂਡਰ ਕਰਨ ਦਾ ਬੈਨੀਫਿਟ ਕੀ ਹੋਏਗਾ ਕਿ ਮੇਰਾ ਭਾਂਡਾ ਸਾਫ਼ ਹੋ ਜਾਏਗਾ। ਬਾਣੀ ਸਾਨੂੰ ਸਮਝਾਉਂਦੀ ਹੈ ਭਾਂਡਾ ਤੋਏ ਬੈਸ ਧੂਪ ਦੇਵੋ ਤੋ ਦੂਧੈ ਕੋ ਜਾਓ। ਭਾਂਡਾ ਸਾਫ਼ ਹੋਇਆ ਤੇ ਚੰਗਾ ਧਨ
ਨੈਗੇਟਿਵ ਜਿਸ ਨੂੰ ਅਸੀਂ ਕਹਿ ਰਹੇ ਹਾਂ ਉਸ ਨੂੰ ਅਸੀਂ ਵਾਈਸਿਸ ਦਾ ਮੰਨਦੇ, ਨੈਗੇਟਿਵ ਸੁਭਾਅ ਦਾ, ਅਵਗੁਣਾ ਦਾ ਧਨ ਕਹਿੰਦੇ ਹਾਂ। ਔਰ ਜਦੋਂ ਭਾਂਡਾ ਸਾਫ਼ ਹੋ ਜਾਏ ਤਾਂ ਜਿਹੜਾ ਸਾਨੂੰ ਧਨ ਪ੍ਰਾਪਤ ਹੁੰਦਾ ਹੈ ਉਹਨੂੰ ਅਸੀਂ ਸਾਚਾ ਧਨ ਵੀ ਕਹਿੰਦੇ ਹਾਂ, ਤੇ ਉਹ ਅਸੀਂ ਚੰਗੇ ਗੁਣਾਂ ਨੂੰ ਕਹਿੰਦੇ ਹਾਂ। ਜਿਨ੍ਹਾਂ ਨੂੰ ਚੰਗੇ ਗੁਣਾਂ ਦਾ ਧਨ ਪ੍ਰਾਪਤ ਹੋ ਜਾਂਦਾ ਹੈ ਉਹਨਾਂ ਦੀ ਨਿਸ਼ਾਨੀ ਕੀ ਹੁੰਦੀ ਹੈ? ਉਹ ਕਿਸੇ ਨਾਲ ਗੱਲ ਕਰਨ ਵੇਲੇ, ਕਿਸੇ ਨਾਲ ਬਿਹੇਵੀਅਰ ਵੇਲੇ ਬੈਲੈਂਸਡ ਰਹਿਣਾ ਸਿੱਖਦੇ ਹਨ, ਬੈਲੈਂਸਡ ਰਹਿਣ ਦੀ ਪ੍ਰੈਕਟਿਸ ਕਰਦੇ ਹਨ। ਬੈਲੈਂਸਡ ਰਹਿਣ ਵਾਸਤੇ ਉਹਨਾਂ ਕੋਲ ਇੱਕ ਕੀਮਤੀ ਧਨ ਹੁੰਦਾ ਸਬਰ, ਇੱਕ ਕੀਮਤੀ ਧਨ ਹੁੰਦਾ ਪੇਸ਼ੈਂਸ, ਜਿਸ ਨੂੰ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਜਿਹੜਾ ਦੂਜੇ ਨੂੰ ਸੁਣਨ ਦਾ ਮਾਦਾ, ਉਹ ਸਾਡੇ ਬਾਰੇ ਠੀਕ ਕਹਿ ਰਿਹਾ ਜਾਂ ਗਲਤ, ਆਪਣਾ ਬੈਲੈਂਸ ਲੂਜ਼ ਨਾ ਕਰਨਾ। ਕਿਉਂ? ਕਿਉਂਕਿ ਸਾਨੂੰ ਰੱਬੀ ਗੁਣਾ ਦਾ ਧਨ ਪ੍ਰਾਪਤ ਹੈ। ਜੇ ਰੱਬੀ ਗੁਣਾ ਦਾ ਧਨ ਪ੍ਰਾਪਤ ਹੈ ਤਾਂ ਅਸੀਂ ਡੱਕੇ ਡੋਲੇ ਨਹੀਂ ਖਾਵਾਂਗੇ, ਅਨਸਟੇਬਲ ਨਹੀਂ ਹੋਵਾਂਗੇ। ਜਿਸ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਨਾ, ਕਬੀਰ ਛੂਛਾ ਘੱਟ ਬੋਲੇ, ਭਰਿਆ ਹੋਏ ਸੋ ਕਬੂ ਨਾ ਡੋਲੇ। ਇਹਦਾ ਮਤਲਬ ਜੇ ਮੈਂ ਚੰਗੇ ਗੁਣਾਂ ਦੇ ਨਾਲ ਭਰਿਆ ਹੋਵਾਂਗਾ, ਉਸ ਅਵਸਥਾ ਨੂੰ ਗੈਰ ਗੰਭੀਰ ਕਹਿੰਦੇ ਨੇ। ਉਸ ਅਵਸਥਾ ਵਿੱਚ ਅਸੀਂ ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ, ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ। ਗੁਣਾ ਦੇ ਖਜ਼ਾਨੇ ਹੋ ਜਾਂਦੇ ਆ, ਉਹਨਾਂ ਦੇ ਨਾਲ ਸਾਡਾ ਭਾਂਡਾ ਭਰ ਜਾਂਦਾ ਹੈ। ਤਾਂ ਫਿਰ ਅਸੀਂ ਡਾਵਾਡੋਲ ਨਹੀਂ ਹੁੰਦੇ ਆ। ਡਾਵਾਡੋਲ ਨਹੀਂ ਹੋਣ ਦੀ ਕੀ ਨਿਸ਼ਾਨੀ ਹੋਏਗੀ? ਅਸੀਂ ਕਟਾਕਸ਼ ਵਾਲੇ, ਹਰਟ ਕਰਨ ਵਾਲੇ, ਮੰਦੇ, ਘਟੀਆ ਲਫ਼ਜ਼ ਨਹੀਂ ਵਰਤਾਂਗੇ, ਟੌਂਟ ਨਹੀਂ ਕਰਾਂਗੇ, ਗਿਲੇ ਸ਼ਿਕਵੇ ਸ਼ਿਕਾਇਤ ਨਹੀਂ ਕਰਾਂਗੇ, ਪੁਰਾਣੀਆਂ ਜਿਹੜੀਆਂ ਪੈਂਟਅਪ ਫਾਈਲਸ ਇਕੱਠੀਆਂ ਕੀਤੀਆਂ ਹੋਈਆਂ ਆਪਣੇ ਅੰਦਰ ਉਹ ਨਹੀਂ ਖੋਲਾਂਗੇ, ਦੂਜੇ ਨੂੰ ਬਾਰ-ਬਾਰ ਰਿਅਲਾਈਜ਼ ਨਹੀਂ ਕਰਾਵਾਂਗੇ, ਉਹਨੂੰ ਬੇਇੱਜ਼ਤ ਨਹੀਂ ਕਰਾਂਗੇ। ਕਿਸੇ ਦੇ ਬਾਰੇ ਕੁਝ ਵੀ ਪਤਾ ਲੱਗ ਜਾਏ ਤਾਂ ਅਸੀਂ ਜੇ ਨਿੰਦਕ ਹੋ ਕੇ 4 ਬੰਦਿਆਂ ਨੂੰ ਦੱਸਾਂਗੇ, ਜ਼ਿਆਦਾ ਫੈਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਉਸ ਵੇਲੇ ਅਸੀਂ ਭਰੇ ਹੋਏ ਨਹੀਂ ਹਾਂ। ਛੂਛਾ ਘੱਟ ਬੋਲੇ ਹੈ ਤਾਂ ਅਸੀਂ ਨਿੰਦਕ ਹਾਂ। ਇਸ ਤਰ੍ਹਾਂ ਆਪਣਾ ਨਿੰਦਾ ਵਾਲਾ ਸੁਭਾਅ, ਆਪਣਾ ਛਿੱਥੇ ਪੈਣ ਵਾਲਾ ਸੁਭਾਅ, ਆਪਣਾ ਕ੍ਰੋਧ ਦੇ ਨਾਲ ਦੂਜੇ ਨੂੰ ਡਰਾ ਕੇ ਚੁੱਪ ਕਰਾ ਦੇਣ ਵਾਲਾ ਸੁਭਾਅ, ਦੂਜੇ ਦੀ ਸਾਰਿਆਂ ਦੇ ਸਾਹਮਣੇ ਦਾੜੀ ਪੁੰਨਣਾ, ਦੂਜੇ ਦੀ ਸਾਰਿਆਂ ਦੇ ਸਾਹਮਣੇ ਖਾਮੀਆਂ ਨੂੰ ਉਜਾਗਰ ਕਰਨਾ, ਇਹ ਸਾਰਾ ਛੂਛਾ ਘੱਟ ਬੋਲ ਹੈ, ਭਾਂਡਾ ਖਾਲੀ ਹੈ। ਜਿਸ ਤਰ੍ਹਾਂ ਕੜਾ, ਇਸ ਤਰ੍ਹਾਂ ਉਹਦੇ ਮੂੰਹ ਦੇ ਉੱਤੇ ਹੱਥ ਮਾਰੋ ਨਾ, ਜੇ ਕੜਾ ਖਾਲੀ ਹੈ ਤਾਂ ਆਵਾਜ਼ ਆਉਂਦੀ ਹੈ। ਉਹ ਵਾਲਾ ਨੈਗੇਟਿਵ ਜਿਹੜਾ ਸਾਡੇ ਕੋਲ ਆਪਣਾ ਜਿਸ ਨੂੰ ਅਸੀਂ ਤਾਕਤ ਸਮਝਦੇ ਹਾਂ ਔਰ ਉਸ ਦੇ ਨਾਲ ਬੜਾ ਮੋਹ ਕਰਦੇ ਹਾਂ, ਅਟੈਚਮੈਂਟ ਹੁੰਦੀ ਹੈ ਆਪਣੇ ਨੈਗੇਟਿਵ ਗੁਣਾਂ ਦੀ, ਅਵਗੁਣਾਂ ਦੀ, ਉਹ ਵਾਲਾ ਧਨ ਅਰਪਣਾ ਹੈ। ਸੋ ਰੀਕੈਪ ਵਿੱਚ ਧਨ ਅਰਪਣਾ, ਇਹ ਸਾਰੇ ਲਫ਼ਜ਼ ਅਸੀਂ ਉਸ ਸ਼ਬਦ ਚੋਂ ਸਮਝਣ ਦਾ ਯਤਨ ਕੀਤਾ ਜਿਹੜਾ ਅਸੀਂ ਸ਼ਬਦ ਸੁਣਿਆ ਆਮ ਤੌਰ ਤੇ, ਹੋ ਮਨ ਅਰਪੀ ਸਭ ਤਨ ਅਰਪੀ, ਅਰਪੀ ਸਭ ਦੇਸ਼ਾ, ਉਹ ਸਿਰ ਅਰਪੀ ਤਿਸ ਮੀਤ ਪਿਆਰੇ ਜੋ ਪ੍ਰਭ ਦੇ ਸੰਦੇਸ਼ਾ। ਸੋ ਇਸ ਤਰ੍ਹਾਂ ਅਸੀਂ ਆਪਣਾ ਸਾਰਾ ਕੁਝ ਅਰਪਣ ਕਰਨਾ ਸਿੱਖਦੇ ਹਾਂ। ਤੇ ਲਾਸਟ ਟਾਈਮ ਅਸੀਂ ਥੋੜਾ ਜਿਹਾ ਸਮਝਿਆ ਮੂੰਹ ਫੇਰਨਾ ਕੀ ਹੁੰਦਾ ਹੈ।
जे मैं मूँह पुठे पासे कीता होया, मानो मैं उस गल नाल, उस सुनेहे दे नाल, उस क्वालिटी दे नाल, उस चंगे गुण दे नाल सहमत नहीं हाँ। सो मुंह फेरना झूठे होना कहलाता है। मुंह फेरना अपवित्रता की निशानी है। मुंह फेरे हैं, मुंह झूठा होए, बाणी सानू समझाती है। सो असी झूठे हो गए। मुंह फेरना पिठ देण दे बराबर हुंदा है। एक तां पिठ देंदा है कावड़, जिन्हों असी कायर कहते हैं, पर एक हुंदा है मैं अपने हंकार च अपने आप नूं इतना ताकतवर समझदा हाँ कि मैं सच वालों मुंह मोड़ लिया। पर ताकतवर ते ना होया, मैं कमजोर होया कि मैं मुंह अपना जम वाल, वाइसिस वाल, मंदे ख्यालां वाल, छेती नाल नेगेटिव एटीट्यूड नूं अडॉप्ट करन वाल मुंह कर लिया ते सच वालों मुंह फेर लिया। अखां फेर लेना, अखां फेर लेना सच दे विजन वालों पुठियां कर लेना। अपना देखण दा नजरिया उल्टे पासे कर लेना। सो लास्ट टाइम भी असी डिस्कस कीता सी, नदर उपट्ठी जे करे सुल्ताना का कराइंदा। रब जी नदर उपट्ठी नहीं करते ने। रब जी नदरी ने, कर्मी ने, वो ते सच दी नदर, सच दा विजन देंदे ने। जे तिस नजर ना आवे तो बात ना पूछे कि दा मतलब ये नहीं हुंदा जे रब नूं नजर नहीं आ रहा। रब तो सब जगह है। जे असी कुदरत दे नियम सब जगह समझते हैं, बलिहारी कुदरत वसिया है, कुदरत करके वसिया सोए सब जगह है, ओमनी प्रेजेंस है सब जगह। कुदरत दे नियमां तो असी उलट किधरे भी नहीं जा सकते। तो फिर रब तो सब जगह है। रब तो सब जगह अगों देखा, पिछों देखा, तो इससे कहाँ छुपाव है? वो मेरे अंदर भी है। मेरे अंदर दे मंदे ख्याल भी पढ़ लेंदा है। यही ते रब दी अंतर जामता है। ये रब्बी सिस्टम है। तो रब ते नजर पुठी करदा ही नहीं है। रब वास्ते कोई वितकरा ही नहीं है। कोई मनुख जितनियां मर्जी गलतियां करे, रब उहदे नाल बदला नहीं लैंदा है। एक कॉन्सेप्ट है ये सिखाण दा कि किसी दी गलतियां दी लिस्ट ना बनाया कर। जे मैं बनांदा तां मैनू सुनिया है, एक तां तू पुराने उहदे अवगुणां दी लिस्ट ना बनाया कर। दूजा वो लिस्ट जे तेरे दिमाग च छपदी जाती है, वधदी जाती है, वो मिटा भी दिया कर। मन अपने ते बुरा मिटाना भी करना है। सो रब जी नदर पुट्ठी नहीं करते ने। सतगुर सबना दा भला मनाइंदा। मिठ बोलड़ा जी हर सज्जन स्वामी मोरा, हो संभल थकी जी ओ कदे ना बोले कौड़ा। तक कौड़ा बोलो जानता नहीं है। एक कॉन्सेप्ट गुरमत दा खुल के जितना विचारे जाए घट है, क्योंकि लोकी समझते ने रब लिस्ट बनाता है, रब लेखे बनाता रहता है, अकॉर्डिंग टू लेखे मरण तो बाद तुहानू सजा देता है, तुहानू 84 दे गेड़ विच पा देता है, तुहानू नरक विच कड़ाए वांगू उत्थे जिस तरह पकौड़े तले जाते ने इस तरह तल देता है। जम तुहानू घसीट के ले जाते ने रब दे कहण ते। ये गुरमत कॉन्सेप्ट नहीं है। गुरमत कॉन्सेप्ट विच रब है जिहड़ा माफ कर देता है, जिहड़ा लिस्ट बनांदा ही नहीं है, अवगुण को ना चितारदा। रादर गल सेती लायक एम्ब्रेस करदा है। एम्ब्रेस करन वाला जिहड़ा गुण है ना रब दा, उहनू बीठल कहंदे ने। बीठल मतलब विष्ठल, विष्ठल मतलब मूर्ख नू भी गले लगा लेना। रब दी नजर विच ना को सियाणा, ना को मूर्ख, ना को सियाणा।
रब दी नजर इते बालक बिरद ना जानी है, रब दी नजर इते कोई गोरा काला होंदा ही नहीं है। रब किसी नाल नदर पुठी नहीं करता है। तो नदर पुठी दा मतलब ही ये होया, मैं सतगुर दे पैराडिम, सतगुर दे विजन तो, रब दे विजन तो, आइडियल एथिक्स मॉरलिटी दे विजन तो अपनी नदर पुठी करदा हाँ। एनू मूँह फेरना ही कहते ने, एनू पिठ देना ही कहते ने। जदों मैं नदर पुठी कर लई, नदर उपट्ठी जे कर लई, तां ओदी निशानी होएगी, ओदे सिम्पटम्स होणगे कि मैं अनफ्रूटफुल एक्सरसाइजेस इंडल्ज्ड रवांगा, मस्त रवांगा, मदहोश रवांगा, अन्या वांगू टुरांगा गलत रस्ते ते। मैं पुलावा पगदा, मत मैली हो जाए, मेरी मत मैली हो जाएगी और मैं गलत रस्ते ते टुरांगा। क्यों? मैं नदर पट्ठी कीती है सच दे विजन तो। रब नदर पट्ठी नहीं करता है, रब किसी दी हेठली उतली नहीं करता है, रब किसी नू भी हंकारी नू सजा नहीं देता है। हंकार करन वेले सब तो पहला मैं अपने हंकार की अग्नि च जलदा हाँ। सुखी बसै मस्कीनिया आप निवार तले, बड़े बड़े हंकारिया नानक गर्भ गले, अपने हंकार अपने हंकार जगत जलिया, असी जलदे हैं, रब जी नहीं कुछ कहते। ये गुरमत दा कॉन्सेप्ट। नदर उपट्ठी पुट्ठी करना, सच तो मुनकर होना, निंदक होना, उन्होंने संत की निंदा कहते ने, जिहदे नाल चंगे गुण मिलते ने। मैं उस तो पुठे पासे नदर कीती। नदर उपट्ठी करन वाला हंकारी होंदा है, उन्होंने कहते ने हंकारियां निंदका पिठ दे। मेरा सुभाव हंकारियां निंदका वाला हो गया। ਤਾਂ ਨੈਗੇਟਿਵ ਐਕਸਰਸਾਈਜ਼ ਮੇਰੇ ਕੋਲ ਹੋਏਗੀ। ਮੈਂ ਚੰਗੇ ਗੁਣਾ ਤੋਂ ਮੂੰਹ ਫੇਰ ਲਾਂਗਾ, ਚੰਗੇ ਗੁਣਾ ਵੱਲੋਂ ਅੱਖਾਂ ਫੇਰ ਲਾਂਗਾ, ਚੰਗੇ ਗੁਣਾ ਦੇ ਪੈਰਾਡਿਮ ਦੇ ਨਾਲ ਆਪਣਾ ਨਜ਼ਰੀਆ ਅਲਾਈਨ ਨਹੀਂ ਕਰਾਂਗਾ। ਪਰ ਜੇ ਨਦਰ ਕਰਹਿ ਜੇ ਆਪਣੀ, ਜੇ ਮੈਂ ਆਪਣਾ ਪੈਰਾਡਿਮ ਪੁੱਠੇ ਪਾਸੇ ਤੋਂ ਸਿੱਧੇ ਪਾਸੇ ਕਰ ਲਵਾਂ, ਪੁੱਠਾ ਪਾਸਾ ਨੈਗੇਟਿਵਸ, ਵਾਈਸਿਸ, ਫਲॉज, ਮੰਦੇ ਖਿਆਲ, ਡੈਫੀਸ਼ੀਐਂਸੀਜ਼, ਅਵਗੁਣੀ ਰਸਤਾ। अपने अवगुण फिक्स अप भी ना करना, अवगुणी रस्ता। अपनी डेफिशिएंसीज और फ्लॉज वाल ध्यान ही ना करना, बल्कि उन्होंने बारे सुनन वेले ही छिथे पै जाना, पुठे पासे दा रस्ता। उस पासों नदर नू सतगुर दी नदर दे अलाइन कर लेना। नदर करहे जे अपनी, तां नदरी सतगुर पाया। मन सतगुर नाल अलाइन हो जाता, मर्ज हो जाता है। गुण कै गुणी समावणिया, वननेस हो जाती है। नदर जे इस पासे कर लई मीन्स नजरिया सतगुर दे अकॉर्डिंग, पैराडिम सतगुर दे अकॉर्डिंग, सोचनी दा ढंग सतगुर दे अकॉर्डिंग, अपना जग सतगुर दे अकॉर्डिंग बना लेना, अपना संसार सतगुर दे अकॉर्डिंग बना लेना, अपना अंदर दा देश सतगुर दे अकॉर्डिंग बना लेना, सतगुर दे देश विच एंटर कर जाना, सतगुर दे पैराडाइज विच एंटर कर जाना, गुर ते महल प्राप्त हो जाना। सो नदर मीन्स मुंह फेरना, अखा फेरना। नदर फेरना इज हंकार और पुठे पासे। जे नदर इस पासे कर लवो मीन्स लाइन कर लवो, ਇਹਦਾ मतलब अखा इस पासे कर लईया, ਇਹਦਾ मतलब मुंह अपना इस पासे कर लिया। ਤਾਂ ਇਹਦਾ मतलब ਇਹ गुरु साहब सानू गल समझा रहे ने। जपजी साहब विच कुड़ियार तो सचियार बनन बारे कह रहे ने, फेर के
घुमा के जिहड़ा तू पुट्ठे पासे कीता होया, घुमा के फेर के अगे रखी है। फायदा जित दिसे दरबार, फेर के अगे रखी है। यह सवाल नहीं है, यह आंसर है। किनू? जिन्हें पूछया मैं कुड़ियार हाँ सचियार किवें बना। फेर के अगे रखी है जित दिसे दरबार, मुंहों के बोलण बोलिया जित सुन तेरे प्यार। मैं भैड़े बोल बोलदा सी क्योंकि मैं नजर पुट्ठी कीती होई सी, क्योंकि मैं मुंह फेरिया होया सी, क्योंकि मैं अखां फेरिया होईयां सी, क्योंकि मैं निंदक सी। चंगे गुण दे बोला तो मैं निंदक सी। चंगे गुणा दे बोला तो मैं निंदक होया, मैं भैड़े बोल बोल दिते। निंदा भी करदा हाँ, बैक बाइटिंग भी करदा हाँ, स्टैबिंग भी करदा हाँ, धोखा भी देंदा हाँ, बुरे बोल भी बोलदा हाँ, और कन्नो कन्नी में डिफेम भी करदा हाँ। सब दे सामने भी मैं इंसल्ट करदा हाँ। कल्ला 1-to-1 होवा तां भी मैं चोबवे बोल बोलदा हाँ। पब्लिक विच खड़ा होवा सब दे सामने दूजे नूं डराण वास्ते, चुप कराण वास्ते मैं 4 गालां भी कट देंदा हाँ। मुंहों के बोलण बोलिए जित सुन तरे प्यार, मेरा सच नाल प्यार नहीं है। जे मैं सच दे बोल बोलदा हाँ, मिठे बोल बोलदा हाँ तां प्रीत मेरी बण सकदी है। ਉਹਨੂੰ ਕਹਿੰਦੇ ਨੇ जे तेरे मंदे बोल होए सी ना, टूट प्रीत गई बुर बोल। मंदे बोल बोले बाहर बोले ना, किसे दे प्रथाएं बोले, तेरी अंदरों सच नाल प्रीत टुट गई। पहला हुण तां तेरी जबान तो सिर्फ बोलेगा, जो जिए होए सो उगवे मुंह का कया वाऊ। हुण ते बस इथों हवा वांगू निकल जाएगा। बाद तू माफिया मांग, स्लिप ऑफ टंग कह, जो मर्जी कह, कुछ भी ना कहो तां भी साडे मंदे बोल हुंदे ने। साडा बॉडी दा जेस्चर हुंदा है, साडा चुप कर जाना हुंदा है, साडा नाराज हो जाना हुंदा है, साडा रूस जाना हुंदा है, साडा किसी नूं रिस्पोंड ना करना हुंदा है, साडा किसी नूं फोन ना करना, टेक्स्ट ना पाना, टोटल शो करना मैं तेरे नाल नाराज हां, तू अपनी गलती मन, तू नक रगड़, मेरे अगे नहीं सब दे सामने तू माफी मांग। अंदरों प्रीत टूट गई सच नाल, टूट प्रीत गई बुर बोल। ਇਹਦਾ मतलब मुंह फेरना, अखा फेरना, पिठ देना, नदर पट्ठी करना, सारा इको भाव दे विच असी समझना है कि मैनू मुंह के बोलन बोली है जित सुन तरे प्यार। जिन्हों सुन के प्यार सच नाल हो जाता है, मेरा मन सच नाल मर जो गया, भाव रब्बी गुण प्राप्त हो गया। जिन्हां कोल सबर होंदा है ना, पेशेंस होती है ना, सबर अंदर साबरी ताने में जालेन, हुण नज़दीक खुदाए दे भेत ना किसे देन। सब नूं लेबल नहीं करते, मैं बड़ा मिठ बोलना हाँ, मैं बड़ा नम्रता च रहिंदा हाँ, मैं बड़ा प्यार वाला हाँ, मैं बड़ा शरीफ हाँ। ये नहीं कहते, इन्हां दा प्रगटावा नहीं हो सकता, चंगे गुणां दा प्रगटावा नहीं होंदा। जो प्रगटावा असी करते हाँ ਉਹ ਅਵਗੁਣਾ ਦਾ ਹੁੰਦਾ ਹੈ, ਉਹ ਆਪਣੇ ਹੰਕਾਰ ਦਾ ਹੁੰਦਾ, ਆਪਣੀ ਪ੍ਰਾਪਤੀਆਂ ਦਾ ਹੁੰਦਾ, ਆਪਣੇ ਅਭਿਮਾਨ। ਤੀਰਥ ਬਰਤ ਦਾਨ ਕਰ ਮਨ ਮੈਂ ਧਰੇ ਹੁਮਾਨ। ਜਦੋਂ ਕੋਈ ਬੰਦਾ ਜਿਉਂਦਾ ਹੁੰਦਾ ਹੈ ਨਾ, ਸਾਨੂੰ ਉਹਦੇ ਗੁਣਾਂ ਦੀ ਕਦਰ ਨਹੀਂ ਹੁੰਦੀ। ਜਦੋਂ ਬੰਦਾ ਮਰ ਜਾਂਦਾ ਹੈ,
बाद धार्मिक स्थान ते या कोई भी पब्लिक के इकट्ठ असीं उहदे गुण गा दिंदे हां। जींदे जी नहीं भरावा, जींदे जी तो मेरा हंकार अभिमान ही इहो है, आई एम द फर्स्ट, आई एम द पायस, मोस्ट पायस, शरीफ, ऑनेस्ट, धर्मी, फुल ऑफ नॉलेज, ज्ञानवान मी। होर किसी नूं तुसीं क्या मैं अंदरों सड़ बल जावांगा। मैं पहला, मेरे वीर इत्थे न्यूयॉर्क डॉक्टर जतिंदर सिंह जी रहिंदे ने, वो मैनूं कहंदे ने कि उन्होंने पता नहीं किदे कोलों ये जोक सुनिया कि कहंदे ने कि कोई बंदा पिक्चर हॉल दी लाइन ते लगा सी, पुराने जमाने दी गल होएगी, कहंदा है वो लाइन तोड़ के अगे चला गया, सीधा विंडो ते चला गया टिकट लैण। तां ओनू दसिया कि नाल वाली भी लाइन है, तुसी उत्थे जे तुहाडी ए लाइन लंबी लगदी है तुहानू तां तुसी उस लाइन ही चले जाना सी, उसे बंदे घट हन। तो उस लाइन ही जाके सीधा विंडो ते चला गया। उन्होंने पूछे हुण विंडो ते तू हुण ते पिछे थोड़ा खड़ा हो सकदा सी, कहंदा नहीं उत्थे ऑलरेडी बंदे खड़े हन, आई शुड बी फर्स्ट एट द विंडो, मैं सब तो अगे होना चाहिए। तो मेरा वीर जिन्हों असीं लंबा अमन कहंदे, लंबू अमन कहंदा, जिहड़ा कोविड करके सारी सेवा दा अगे हिम्मत करके लगे हुए ने, उन्होंने डॉग्स पैट्स दा बड़ा शौक सी, उन्होंने कई किस्म के डॉग्स उन्हें पालने, असीं उहदे कोलों काफ़ी टिप्स भी सीखे सी। मैं आदमी हूँ कुत्ता नहीं, असीं एक सैमीनार कीता सी तां उहदे विच तां ओह मैनूं कहंदा वीर जी कुत्ते दी आदत होंदी है जदों तुसीं उहनूं जंजीर नाल बन के उहदा मालक उहनूं ले जा रहा, कुत्ता अगे अगे चलेगा। मैं क्या इस तरह क्यों है? कहंदा कुत्ता अगे अगे चलता है, कुत्ते दी ईगो है। तो मैं उस वेले पंक्ति बोली, जिसके अंतर राज मांस और नरक पाती होवे स्वाम। मैं फर्स्ट होना चाहिए हाँ, मैं सब तो अगे, मैं शरीफ, मैं ईमानदार, मैं धर्मी, मेरे वर्गा कोई नहीं, अते सारी धर्म की नॉलेज मैनू है। बस ए जिहड़ा अभिमान है ना, ए जिहड़ा प्रगटावा है ना, ए साडे कोलों प्रगटावा उस लाइन तो सानू गिरा दिंदा है, भेत ना किसे देण वाले तो। सबर अंदर साबरी ताने वह जालेन, हुण नजीक खुदाई दे, जिहड़ा वनस उन्होंने दिखावा नहीं करना पैंदा। हुण नजीक खुदाई दे, भेत ना किसे देण दा मतलब है नहीं मैं तुहानू नहीं दसांगा कि धर्म दी गल्लां नाल की समझ आंदा ते किस तरह अपना जीवन बदलना है, ये नहीं है मतलब। भेत ना किसे देण दा मतलब है वो अपना प्रगटावा नहीं करते ने, फट्टा ला के दिखाते नहीं ने, क्योंकि वो भरिया होए सो कबू ना डोले। मुंह फेरना, अखां फेरना। सो पुष्पिंदर जी हुण तुसी इस नूं जिथे तक असी नदर उपट्ठी करना जां मुंह फेरना भी कहंदे आ, इत्थे तक असी पढ़िया सी, तुसी उस तो अगे पढ़ सकते हो जी। जी सारा दोबारा पढ़ना, उसी नूं मैं रीकैप ही कीता। मुंह फेरना, मुंह मोड़ना। हाँ जी, मुंह फेरना। ਜਦੋਂ ਕਿਸੇ ਦੀ ਗੱਲ ਨਾਲ ਸਹਿਮਤੀ ਨਾ ਹੋਵੇ ਤਾਂ ਮਨ ਕਰਕੇ ਮੂੰਹ ਫੇਰਨਾ ਜਾਂ ਮੂੰਹ ਉਲਟੇ ਪਾਸੇ ਕਰਨਾ ਕਹਿਲਾਉਂਦਾ ਹੈ। ਜਦੋਂ ਕੋਈ ਸਾਡੀ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਦੇਵੇ ਤਾਂ ਅਸੀਂ ਸੁਭਾਵਕ ਹੀ ਕਹਿੰਦੇ ਹਾਂ ਕਿ ਉਸਨੇ ਤਾਂ ਮੂੰਹ ਹੀ ਫੇਰ ਲਿਆ। ਇਸੇ ਤਰ੍ਹਾਂ ਜਦੋਂ ਸਾਡਾ ਮਨ ਸਤਿਗੁਰ ਦੀ ਗੱਲ ਨਾ ਮੰਨੇ ਤਾਂ ਇਸ ਨੂੰ ਮੂੰਹ ਫੇਰਨਾ ਕਹਿੰਦੇ ਹਨ। ਸਤਿਗੁਰ ਦੇ ਨਜ਼ਰੀਏ ਤੋਂ ਮਨ ਦਾ ਸੁਭਾਅ ਉਲਟੇ ਪਾਸੇ ਹੋਵੇ ਤਾਂ ਇਸ ਨੂੰ ਨਦਰ ਉਪੱਠੀ ਕਰਨਾ
ਜਾਂ ਮੂੰਹ ਫੇਰਨਾ ਵੀ ਕਹਿੰਦੇ ਹਨ। ਹਾਂਜੀ, ਇੱਥੇ ਤੱਕ ਅਸੀਂ ਲਾਸਟ ਟਾਈਮ ਪੜ੍ਹਿਆ ਸੀ ਤੇ ਅੱਜ ਅਸੀਂ ਉਸਨੂੰ ਰੀਕੈਪ ਕਰਕੇ ਸਮਝਣ ਦਾ ਯਤਨ ਵੀ ਕੀਤਾ ਹੈ। ਹੁਣ ਇਹ ਜਿਹੜਾ ਤੁਸੀਂ ਅਖੀਰ ਵਿੱਚ ਕਿਹਾ, ਜਦੋਂ ਸਾਡਾ ਮਨ ਸਤਿਗੁਰ ਦੀ ਗੱਲ ਨਾ ਮੰਨੇ ਤਾਂ ਇਸ ਨੂੰ ਮੂੰਹ ਫੇਰਨਾ ਕਹਿੰਦੇ ਨੇ, ਮੂੰਹ ਮੋੜਨਾ ਕਹਿੰਦੇ ਨੇ, ਨਜ਼ਰਾਂ ਫੇਰਨਾ ਕਹਿੰਦੇ ਨੇ, ਨਜ਼ਰੀਏ ਤੋਂ ਉਲਟ ਹੋਣਾ ਕਹਿੰਦੇ ਨੇ, ਨਜ਼ਰ ਪੁੱਠੀ ਕਰਨਾ ਕਹਿੰਦੇ ਨੇ। ਠੀਕ ਹੈ, ਸੱਚ ਤੋਂ ਮੁਖ ਮੋੜ ਲਿਆ, ਸੱਚ ਦੇ ਨਜ਼ਰੀਏ ਵਾਲਾ ਵਿਜ਼ਨ ਨਹੀਂ ਲਿਆ। ਠੀਕ ਹੈ ਨਾ। ਹੁਣ ਮਨ ਦਾ ਸੁਭਾਅ ਉਲਟੇ ਪਾਸੇ ਹੋ ਜਾਵੇ, ਇਹਦਾ ਮਤਲਬ ਮਨ ਦਾ ਮੂੰਹ ਹੁੰਦਾ ਹੈ। ਇਸ ਮੂੰਹ ਦੀ ਨਹੀਂ ਗੱਲ ਚੱਲ ਰਹੀ, ਮਨ ਦੀ ਪਿੱਠ ਹੁੰਦੀ ਹੈ, ਇਸ ਪਿੱਠ ਦੀ ਗੱਲ ਨਹੀਂ ਚੱਲ ਰਹੀ। ਮਨ ਦੀ ਜ਼ਬਾਨ ਹੁੰਦੀ ਹੈ ਜਿਹਦੇ ਨਾਲ ਭੈੜੇ ਬੋਲ ਬੋਲਦੇ ਆ, ਇਸ ਜ਼ਬਾਨ ਦੀ ਗੱਲ ਨਹੀਂ ਚੱਲ ਰਹੀ। ਮੂੰਹ ਫੇਰਿਆ ਮੂੰਹ ਝੂਠਾ ਹੋਏ, ਇਹ ਵਾਲਾ ਮੂੰਹ ਝੂਠਾ ਨਹੀਂ ਹੋ ਜਾਂਦਾ। ਇਹ ਮੂੰਹ ਨੂੰ ਤਾਂ ਲੋਕੀ ਚੁੱਲੀ ਕਰ ਲੈਂਦੇ ਨੇ, ਬ੍ਰਸ਼ ਕਰ ਲੈਂਦੇ ਨੇ। ਇਹਦਾ ਮਤਲਬ ਅਸੀਂ ਮਨ ਕਰਕੇ ਹੀ ਝੂਠੇ ਹੁੰਦੇ ਹਾਂ। ਮੂੰਹ ਫੇਰਿਆ ਮੂੰਹ ਝੂਠਾ ਹੋਏ, ਮਨ ਦਾ ਮੂੰਹ ਝੂਠਾ ਹੋਏ, ਮਨ ਦਾ ਮੂੰਹ ਝੂਠਾ ਹੋਇਆ, ਭੈੜੇ ਬੋਲ ਬਣ ਗਏ। ਮਨ ਦੀਆਂ ਅੱਖਾਂ ਫੇਰ ਲਈਆਂ, ਅੱਖਾਂ ਮੈਲੀਆਂ ਹੋ ਗਈਆਂ, ਇਹਨਾਂ ਅੱਖਾਂ 'ਚ ਸੂਤਕ ਪੈ ਗਿਆ। ਮਨ ਦੇ ਕੰਨ ਖਰਾਬ ਹੋਏ, ਮਨ ਨਿੰਦਾ ਸੁਣਦਾ ਹੈ ਔਰ ਜ਼ੁਬਾਨ ਤੋਂ ਨਿੰਦਾ ਕਰਦਾ ਹੈ, ਪਰ ਆਪਣੇ ਕੰਨਾਂ ਦੇ ਨਾਲ ਆਪਣੀ ਵਾਹ ਸੁਣਨ ਦੀ ਬਹੁਤ ਚਾਹਵਾਨ ਹੋ ਜਾਂਦਾ ਹੈ। ਹੁਣ ਇਹ ਮਨ ਦਾ ਸੁਭਾਅ ਹੋ ਗਿਆ। ਨਜ਼ਰ ਪੱਠੀ ਕਰਨਾ ਜਾਂ ਮੂੰਹ ਫੇਰਨਾ, ਇਸੀ ਨੂੰ ਕਹਿੰਦੇ ਹਨ। ਹਾਂਜੀ, ਜਦੋਂ ਪੁੱਠੇ ਪਾਸੇ ਤੋਂ ਮੂੰਹ ਫੇਰ ਕੇ ਸਿੱਧੇ ਪਾਸੇ ਕਰ ਲਿਆ ਜਾਂਦਾ ਹੈ ਤਾਂ ਇਸ ਅਵਸਥਾ ਨੂੰ ਮੂੰਹ ਪਿਆਰੇ ਵੱਲ ਫੇਰ ਲੈਣਾ ਕਹਿੰਦੇ ਹਨ। ਸੋ ਪਿਆਰੇ ਦਾ ਮਤਲਬ ਕੀ ਹੋਇਆ? ਦੁਨੀਆ ਵਿੱਚ ਕੋਈ ਵੀ ਸਾਡੇ ਨਾਲ ਸਰੀਰਕ ਤੌਰ ਤੇ ਕੋਈ ਮਨੁੱਖ ਚੰਗੀ ਗੱਲ ਸੁਣਾਏ ਸਾਡੇ ਸਾਹਮਣੇ, ਭਾਵੇਂ ਮੇਰੇ ਮਾਤਾ ਪਿਤਾ ਹੋਣ, ਭਾਵੇਂ ਮੇਰੇ ਪਤੀ ਪਤਨੀ ਹੋਣ, ਭਾਵੇਂ ਮੇਰੇ ਧੀਆਂ ਪੁੱਤਰ ਹੋਣ, ਭਾਵੇਂ ਮੇਰੇ ਫਰੈਂਡਸ ਹੋਣ, ਭਾਵੇਂ ਕੋਈ ਵੀ, ਉਹਦਾ ਜਿਹੜਾ ਸੁਨਿਆ ਆ ਰਿਹਾ ਨਾ, ਉਹ ਸੁਨਿਆ ਮੈਨੂੰ ਪਿਆਰ ਦਾ, ਸੱਚ ਦਾ, ਹਮਦਰਦੀ ਦਾ, ਕਰੁਣਾ ਭਰਿਆ, ਮੇਰੇ ਭਲੇ ਵਾਸਤੇ ਆ ਰਿਹਾ। ਮੈਂ ਆਪਣਾ ਰੋਗ ਪਛਾਣਨਾ ਹੈ ਔਰ ਇਸ ਸੁਨੇ ਦੀ ਦਵਾ ਦਾਰੂ ਦੇ ਨਾਲ ਠੀਕ ਕਰਨਾ ਹੈ। ਇਹਨੂੰ ਕਹਿੰਦੇ ਨੇ, ਜਿਹੜਾ ਠੀਕ ਕਰਾਉਣਾ ਚਾਹੁੰਦਾ ਹੈ ਉਹ ਸੱਚ ਦਾ ਸੁਨਿਆ ਮੰਗੇਗਾ, ਲੱਭੇਗਾ, ਸੁਣੇਗਾ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵ, ਉਹ ਆਪਣਾ ਫਿਕਸਅਪ ਕਰੇਗਾ। ਇਸ ਸ਼ਬਦ ਵਿੱਚ ਰਹਾਉ ਕਹਿੰਦੇ ਨੇ, ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ, कृपा कटाक्ष अवलोकन कीनो दास का दुख विदारियो। ਜਦੋਂ ਵੀ ਸਾਡਾ ਕੋਈ ਕ੍ਰਿਟਿਸਿਜ਼ਮ ਸਾਨੂੰ ਲੱਗ ਰਿਹਾ ਹੋਵੇ ਨਾ, ਤਾਂ ਮਾਈਂਡ ਨਹੀਂ ਕਰਨਾ। ਪਹਿਲੀ ਗੱਲ, ਮੈਂ ਕਿਸੇ ਨੂੰ ਕ੍ਰਿਟਿਸਾਈਜ਼ ਨਹੀਂ ਕਰਨਾ। ਮੈਂ ਕਿਸੇ ਨੂੰ ਕੋਈ ਚੰਗੀ ਗੱਲ ਸਮਝਾਣੀ ਹੈ ਤੇ ਨਮਰਤਾ ਔਰ ਪਿਆਰ ਨਾਲ ਸਮਝਾਣੀ ਹੈ, ਟੌਂਟ ਕੀਤੇ ਬਗੈਰ, ਗਿਲੇ ਸ਼ਿਕਵੇ ਬਗੈਰ, ਕਰੁਣਾ ਔਰ ਪਿਆਰ ਨਾਲ। ਲੇਕਿਨ ਜੇ ਕੋਈ ਮੈਨੂੰ ਕ੍ਰਿਟਿਸਾਈਜ਼ ਕਰਦਾ ਹੈ ਤਾਂ ਮੈਂ ਆਪਣਾ ਸਬਰ ਵੀ ਰੱਖਾਂ, ਪੇਸ਼ੈਂਸ ਵੀ ਰੱਖਾਂ, ਸੁਣ ਕੇ ਆਪਣੀ ਪੜਚੋਲ ਕਰਾਂ। ਇੱਕ ਨਿੰਦਾ ਸੈਮੀਨਾਰ ਵਿੱਚ ਅਸੀਂ ਡਿਸਕਸ ਕੀਤਾ ਸੀ ਨਾ, ਜੇ ਕੋਈ ਮੇਰੇ ਅਵਗੁਣ ਬਾਰੇ ਕੋਈ ਗੱਲ ਕਰਦਾ ਹੈ, ਜੇ ਉਹ ਅਵਗੁਣ ਮੇਰੇ ਵਿੱਚ ਨਹੀਂ ਹੈ ਤਾਂ ਉਹ ਨੋ ਬॉल ਹੈ, ਮੈਨੂੰ ਪਰਵਾਹ ਨਹੀਂ ਕਰਨੀ ਚਾਹੀਦੀ, ਡੋਂਟ ਮਾਈਂਡ। ਪਰ ਜੇ ਉਹ ਅਵਗੁਣ ਮੇਰੇ ਵਿੱਚ ਹੈ, ਮੈਂ ਧਿਆਨ ਨਾਲ ਸੁਣ ਕੇ ਉਹਦੇ ਬਾਰੇ ਵਿਚਾਰ ਕਰਾਂ, ਆਪਣੀ ਪੜਚੋਲ ਕਰਾਂ। ਜਨ ਨਾਨਕ ਬਿਨ ਆਪਾ ਚੀਨने ਦੇ ਬਦਲੇ ਆਪਾ ਚੀਨਣਾ, ਆਪਣਾ ਮੈਂ ਇੰਟਰੋਸਪੈਕਸ਼ਨ ਕਰਾਂ। ਜੇ ਉਹ ਅਵਗੁਣ ਮੇਰੇ 'ਚ ਹੈ ਤਾਂ ਉਹ ਸੁਣਿਆ ਤਾਂ ਮੇਰੇ ਭਲੇ ਵਾਸਤੇ ਦੇ ਰਿਹਾ, ਮੇਰਾ ਸੱਜਣ ਹੈ, ਮੇਰਾ ਪਿਆਰਾ ਹੈ।
ਉਹਦੇ ਨਾਲ ਮੈਂ ਆਪਣੇ ਆਪ ਨੂੰ ਫਿਕਸ ਅਪ ਕਰਾਂ। ਮੇਰਾ ਤੇ ਭਲਾ ਹੋ ਗਿਆ, ਮੇਰੇ ਕੱਪੜੇ ਤੋਂ ਹੁੰਦਾ ਹੈ, ਨਿੰਦਾ ਕਮਰੇ ਕੱਪੜੇ ਧੋਏ। ਸੋ ਜਦੋਂ ਕਦੇ ਕੋਈ ਸਾਨੂੰ ਕ੍ਰਿਟਿਸਾਈਜ਼ ਕਰੇ ਤਾਂ ਅਸੀਂ ਪਿਆਰ ਨਾਲ, ਨਮਰਤਾ ਨਾਲ ਆਪਣਾ ਅਵਗੁਣ ਸੁਣਨਾ, ਸਿੱਖਣਾ, ਸਮਝਣਾ। फर्ज करो मैं किसी घर की नूंह हाँ, मेरी सस कह रही है ए ना इंज नहीं, इंज बनाई, नहीं आता है मेरे को मम्मी, मैं जानती हूं, मैं ऐसे ही करती हूं। ए करन दी बजाय अगर मैं इंज जैसे ऑलरेडी करती हूं तो सुन लो, ओके हाँ जी, यस ठीक है। ते जे नूंह सस नूं इंज कहता तां भी ठीक है। वो ऐ ना कहे कि नहीं मैं 40 साल तो बना रही हूं, तू आज मैनू बड़ा पढ़ाना ही है। नहीं, बड़े आराम नाल, हाँ बेटा इंज ही करते हैं, यस ठीक है। जे किधरों कोई कमी पेश हुई तो मैं होर सुधार करांगी। एंड सानू जदों कोई क्रिटिसाइज करे तां ओनू अपने भले वास्ते लेना है। सो जिस तरह मैं पहला गल कर रहा सी तो मेरा ब्रदर जोगी मैनू कह रहा सी कि बई किसी नू कहण वेले असी उहदे बारे चंगे चंगे लफज नहीं वरतदे, पर मरण तो बाद, उहदी डेथ तो बाद वरत लैंदे आ। तो जोगी मैनू कहता है कि बई एक पिता नू उहदा पुत्र पुछदा है कि तुसी ताज महल बारे की जानते हो? तब पिता पता ही कहता है नहीं, पिता ने पुत्र ने प्यो नू पूछया मैं तुहाडे वास्ते की कर सकदा। हुण पिता टॉन्ट नहीं सी करना चाहता। तब पिता ने ना एग्जाम्पल दिता कि ताज महल बनाया गया मुमताज वास्ते, पर मुमताज उन्हों देख ना सकी। बहुत इनडायरेक्टली, बड़े प्यार दे नाल, बड़े ढंग दे नाल, बड़े ग्रेसफुली ढंग दे नाल ये समझण दा जतन है उस सेंटेंस चों कि भला करना है तो जींदे जी करिए। मरण तो बाद पढ़ी लवा देना, मरण तो बाद 4 अखर बोल देना, मरण तो बाद सब कुछ कर देना, मरण तो बाद श्राद्ध करा देने, ये सब गल्लां। हुण असी अपने इस टॉपिक विच एक इस तरह कर रहे हैं कि मूँह सीधे पासे करन वाल मेरे मन दे सुभाव नूं असी लेना है कि मेरा मन जदों पुठे पासे तो मुंह फेर के सीधे पासे कर लैंदा है, इसनूं प्यारे वाल मुंह करना कहंदे ने। जदों साडे घर विच बच्चा मां प्यो नूं या कोई वड्डे भैण भरा नूं या दादा दादी नाना नानी नूं मिल के नहीं ना जाता तो उन्होंने यह होंदा है वो लेक्चर देंगे, समझाना शुरू कर देंगे, लेक्चर झाड़ते रहते हैं हर टाइम मेरी गलतियां निकालते रहते हैं। वो अवॉइड करना चाहता है, पर आज वो मिल के जा रहा है प्यारे वाल मुंह। क्यों? क्योंकि उन्हां दी दसी गल मेरे भले वास्ते है। इंज असी सच नूं, चंगे गुण नूं जदों अवॉइड करते हैं, उसदी जिस सोर्स नूं भी अवॉइड करते हैं ना, तां वो साडा असी उहनूं दुश्मन समझदे हैं। सो प्यारा मेरा सज्जन ते मेरे अंदर रब जी रहिंदे ने, सतगुर रहिंदा है, तां मैं उहदे वाल मूंह करां, अपने अंदर झाती मारां, सीधे पासे प्यारे वाल मूंह कर लेना कहलांदा है। किसी दी गल सुनी, अखां च अखां पा के सुनना, कन दे के सुनना, ध्यान नाल सुनना, उन्होंने पूरी वैल्यू देना, उन्होंने पूरी कीमत देना कि तू ही कोई पर्सनैलिटी है, उन्होंने डी वैल्यू ना करना, लुकिंग टोक्यो टॉकिंग लंडन ना करना, प्यारे वाल मुंह करना। सारे ही प्यारे ने, बुरा भला को किसनों कहिए सगले जी तुम्हारे ने, सारियां वाल
हाँ जी, अगे मन ने अपनी, हाँ जी, ਭਾਵ ਮਨ ਨੇ ਆਪਣੀ ਮਤ ਅਨੁਸਾਰ ਬਣਾਈ ਸੋਚਣੀ ਤੋਂ ਮੂੰਹ ਫੇਰ ਕੇ ਯਾਨੀ ਕਿ ਘੁਮਾ ਕੇ ਸਤਿਗੁਰ ਦੀ ਗੱਲ ਸੁਣਨ ਵੱਲ ਕਰ ਲਿਆ ਹੈ। हाँ जी, हुण सतगुर साडे अंदर वसदा है, कोई चार दीवारां वाली किसी थां ते नहीं वसदा। बड़े लोकां नूं ये सवाल ਕਰਨ ਦਾ ਚਾਹ ਚੜਿਆ ਸੀ ਕਿ ਹੁਣ ਜੇ ਅਸੀਂ ਗੁਰਦੁਆਰੇ ਨਹੀਂ ਜਾ ਸਕਾਂਗੇ, ਲੋਕਡਾਊਨ ਹੋ ਜਾਏਗਾ, ਕੋਵਿਡ ਹੋ ਗਿਆ, ਉੱਥੇ ਭੀੜਾਂ ਬੜੀਆਂ ਹੋਣਗੀਆਂ, ਜਾ ਨਹੀਂ ਸਕਦੇ, ਕੀ ਬਣੇਗਾ। ਉੱਥੇ ਜਾ ਨਹੀਂ ਸਕਦੇ ਤਾਂ ਵੀ ਸਤਿਗੁਰ ਦੇ ਨਾਲ ਜੁੜ ਸਕਦੇ ਹਾਂ। ਹਿਰਦੇ ਨਾਮ ਵਸਾਇਓ, ਘਰ ਬੈਠੇ ਗੁਰੂ ਤੇ ਆਇਓ। ਸੋ ਕੋਈ ਚਾਰ ਦੀਵਾਰਾਂ ਵਾਲੀ ਕਿਸੇ ਖਾਸ ਜਗ੍ਹਾ ਤੇ ਜਾਣ ਦਾ ਕਨਸੈਪਟ ਗੁਰਮਤ ਹੈ ਹੀ ਨਹੀਂ ਹੈ। 24 ਘੰਟੇ ਸੱਤੋ ਦਿਨ 8 ਪਹਿਰ ਹਰ ਵੇਲੇ ਜ਼ਿੰਦਗੀ ਦੇ ਪਲ ਵਿੱਚ ਅਸੀਂ ਸਤਿਗੁਰ ਦੇ ਨਾਲ ਰਹਿ ਸਕਦੇ ਹਾਂ। ਉਹਨੂੰ ਕਹਿੰਦੇ ਨੇ ਗੁਰ ਮੇਰੇ ਸੰਗ ਸਦਾ ਹੈ ਨਾਲੇ। 300 ਸਾਲ ਗੁਰੂ ਦੇ ਨਾਲ ਨਹੀਂ ਕਹਿੰਦੇ ਨੇ। ਇਹ ਜਿਹੜੇ 300 500 700 ਅਸੀਂ ਮਨਾਉਂਦੇ ਰਹਿੰਦੇ ਆ ਨਾ, ਇਹ ਤੇ ਇੱਕ ਇਕੱਠੇ ਕਰਨ ਦਾ ਇੱਕ ਬਹਾਨਾ, ਇੱਕ ਤਰੀਕਾ ਹੈ, ਇੱਕ ਹਿਸਟੋਰੀਕਲ ਡੇ ਹੈ। ਲੇਕਿਨ ਗੁਰਮਤ ਕਨਸੈਪਟ ਹਮੇਸ਼ਾ ਉੱਥੇ ਹੀ ਖੜਾ ਰਹੇਗਾ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਜਿਨ੍ਹਾਂ ਨੂੰ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਮਝ ਆ ਜਾਏਗਾ ਨਾ, ਉਹਨਾਂ ਨੂੰ ਗੁਰੂ ਦੀ ਮੱਤ ਲੈ ਕੇ ਮੇਰਾ ਮਨ, ਮੇਰੇ ਸਾਰੇ ਸਰੀਰ ਅੰਦਰ ਦੀ ਸ੍ਰਿਸ਼ਟੀ ਉੱਤੇ ਜਿਹੜੇ ਸੱਚ ਦੀ ਕਾਰ ਕਮਾਉਂਦਾ ਹੈ ਨਾ, ਉਹਨੂੰ ਕਹਿੰਦੇ ਨੇ ਜੋ ਤੁਧ ਭਾਵੈ ਸਾਈ ਭਲੀਕਾਰ। ਉਹ ਮਨ ਜੀ ਸ਼ੁਕਰ ਹੈ, ਤੁਸੀਂ ਸਤਿਗੁਰ ਦੀ ਕਾਰ ਕਮਾਉਣ ਲੱਗ ਪਏ ਹੋ, ਸਾਡਾ ਸਭ ਦਾ ਭਲਾ ਹੋ ਗਿਆ। ਤੇਰਾ ਕੀਆ ਮੀਠਾ ਲੱਗ ਗਿਆ। ਹੁਣ ਤੁਸੀਂ ਸਾਨੂੰ ਕੁਰਾਏ ਨਹੀਂ ਪਾਉਂਦੇ ਹੋ। ਸਤਿਗੁਰ ਦੀ ਮੱਤ ਲੈ ਲਈ, ਸੱਚ ਪਿਆਰੇ ਵੱਲ ਮੂੰਹ ਕਰ ਲਿਆ। ਸੁਣ ਸਾਜਨ ਪ੍ਰੇਮ ਸੰਦੇਸ਼ਰਾ, ਅੱਖੀ ਤਾਰ ਲੱਗਣ ਗੁਰ ਮੇਰੇ ਸੰਗ ਸਦਾ ਹੈ ਨਾਲੇ। ਲਗਾਤਾਰ ਅਨਇੰਟਰਪਟਿਡ, ਅਨਹਦ ਕਹਿੰਦੇ ਨੇ ਇਹਨੂੰ, ਅਨਹਦ ਨਾਦ ਸੁਣਨਾ ਕਹਿੰਦੇ ਨੇ ਇਹਨੂੰ। ਅਨਇੰਟਰਪਟਿਡ, ਵਿਦਾਊਟ ਫੇਲ, ਬਗੈਰ ਕਿਸੇ ਰੁਕਾਵਟ ਦੇ, ਲਗਾਤਾਰ ਨਾਲ ਸੱਚ ਨਾਲ ਜੁੜੇ ਰਹਿਣਾ, ਮੂੰਹ ਸਤਿਗੁਰ ਵੱਲ ਕੀਤਾ ਹੋਇਆ ਹੈ। ਸਤਿਗੁਰ ਦੇ ਸਨਮੁਖਾਂ, ਮੋਰੀ ਪੁੱਤ ਸਨਮੁਖ ਹੁਆ। ਸਾਡਾ ਰਾਮਕਲੀ ਸਾਧੀ ਚ ਅਸੀਂ ਪੂਰਾ ਟੌਪਿਕ ਡਿਸਕਸ ਕੀਤਾ ਨਾ। ਮੋਰੀ ਪੁੱਤ ਮੇਰੇ ਮਨ ਨੂੰ ਕਹਿੰਦੇ ਨੇ, ਮੇਰਾ ਮਨ ਸੱਚ ਵੱਲ ਮੁਖ ਕਰਕੇ ਹਮੇਸ਼ਾ ਰਹਿੰਦਾ ਹੈ, ਨਜ਼ਰ ਕਰਕੇ, ਅੱਖਾਂ ਕਰਕੇ, ਪਿੱਠ ਨਹੀਂ ਦਿੰਦਾ ਹੈ। ਹਾਂਜੀ, ਇਹ ਵੀ ਅਸੀਂ ਡਿਸਕਸ ਕੀਤਾ ਸੀ। ਫਰੀਦਾ, ਮੇਰੇ ਖਿਆਲ ਉੜੀਸਾ ਸ਼ਬਦ ਪੜਿਆ ਸੀ, ਫਰੀਦਾ ਜਿਨ ਲੋਇਣ ਜਗ ਮੋਹਿਆ ਸਿਉ ਲੋਇਣ ਮੈਂ ਡਿਠ। ਹਮੇਸ਼ਾ ਉਸ ਪਾਸੇ, ਉਹ ਵਾਲੀ ਨਜ਼ਰ, ਉਹ ਵਾਲਾ ਨਜ਼ਰੀਆ, ਉਹ ਵਾਲੀ ਦੇਖਣ ਦੀ ਅੱਖ, ਉਹ ਵਾਲਾ ਉਸੇ ਪਾਸੇ ਮੂੰਹ ਕਰ ਲੈਣਾ। ਸੱਚ ਵੱਲ ਮੂੰਹ ਘੁਮਾ ਕੇ ਸਤਿਗੁਰ ਦੀ ਗੱਲ ਸੁਣਨ ਵੱਲ ਕਰ ਲੈਣਾ। ਤੇਰਾ ਕੀਆ ਮੀਠਾ ਲੱਗ ਗਿਆ, ਪਸੰਦ ਆ ਗਿਆ। ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਪਸੰਦ ਆ ਗਿਆ, ਸਮਝ ਆ ਗਿਆ। ਉਠਤ ਬੈਠਤ ਸੋਵਤ ਧਿਆਈਏ, ਮਾਰਗ ਚਲਤ ਹਰਿਆਰ ਗਾਈਏ, ਸਮਝ ਆ ਗਿਆ। ਜਿੱਥੇ ਜਾਏ ਬਈਏ ਭਲਾ ਕਹੀਏ, ਸਮਝ ਆ ਗਿਆ। ਜਿੱਥੇ ਜਾਈਏ ਜਗਤ ਮੈਂ ਤਿੱਥੇ ਹਰ ਸਾਈਂ, ਸਮਝ ਆ ਗਿਆ। ਗੁਰੂ ਮੈਨੂੰ ਔਗੁਣਾ ਤੋਂ ਬਚਾਉਂਦਾ, ਗੁਰੂ ਮੇਰੇ ਨਾਲ ਹੈ, ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਉਹ ਮੇਰਾ ਰਖਵਾਲਾ ਹੈ, ਮੇਰਾ ਸਤਿਗੁਰ ਰਖਵਾਲਾ ਹੁਆ। ਸੱਚ ਦਾ ਸੁਨਿਆ ਮੇਰੀ ਰਾਖੀ ਕਰਦਾ ਹੈ। ਹਮੇਸ਼ਾ ਮੂੰਹ ਘੁਮਾ ਕੇ ਪੁੱਠੇ ਪਾਸੇ ਤੋਂ ਸਿੱਧੇ ਪਾਸੇ ਕਰ ਲੈਣਾ। ਮੈਂ ਗੁਰੂ ਦੀ ਗੱਲ ਧਿਆਨ ਨਾਲ ਸੁਣਨਾ, ਪਿਆਰੇ ਦੀ ਗੱਲ। ਰੱਬ ਅੰਦਰ ਵਸਦਾ ਹੈ, ਪਿਆਰਾ ਹੈ। ਰੱਬ ਦੀ ਗੱਲ ਸਤਿਗੁਰ ਹੁੰਦੀ ਹੈ, ਗੁਰੂ ਅੰਦਰ ਹੈ। ਆਪਣੀ ਇੰਟਰੋਸਪੈਕਸ਼ਨ ਕਰਨੀ, ਆਪਣੇ ਅੰਦਰ ਝਾਤ ਮਾਰਨੀ। ਹਾਂਜੀ, ਅੱਗੇ
ਜਦੋਂ ਮੂੰਹ ਪੁੱਠੇ ਪਾਸੇ ਫੇਰਿਆ ਹੋਵੇ ਤਾਂ ਮਨ ਸਤਿਗੁਰ ਦੀ ਗੱਲ ਨਹੀਂ ਸੁਣਦਾ। ਲੋ ਜੀ, ਹੁਣ ਇੱਥੇ ਲਿਸਨਿੰਗ ਸਾਡੀ ਕਲੋਜ਼ ਹੋ ਗਈ। ਭਾਵੇਂ ਇਹਨਾਂ ਕੰਨਾਂ ਨਾਲ ਸੁਣਦੇ ਹਾਂ, ਇਹਨਾਂ ਕੰਨਾਂ ਨਾਲ ਤੇ ਅਸੀਂ ਸੋਹਣੀਆਂ ਟਿਊਨਾਂ ਵੀ ਸੁਣਦੇ ਹਾਂ, ਅਸੀਂ ਮਿਊਜ਼ਿਕ ਵੀ ਸੁਣਦੇ ਹਾਂ, ਅਸੀਂ ਮਿੱਠਾ ਮਿੱਠਾ ਗਾਇਆ ਜੀ, ਬੜਾ ਸੋਹਣਾ ਗਾਇਆ, ਇੱਥੇ ਤੱਕ ਤੇ ਸੁਣਦੇ ਹਾਂ। ਪਰ ਮਨ ਦੇ ਕੰਨ ਜੇ ਸੁਣ ਲੈਣ ਤਾਂ ਸੱਚ ਦੀ ਗੱਲ ਸੁਣਾਈ ਦਿੱਤੀ, ਮਾਨੋ ਉਸ ਪਾਸੇ ਆਪਣੇ ਆਪ ਨੂੰ ਅਲਾਈਨ ਰੱਖਿਆ, ਧਿਆਨ ਨਾਲ ਸੁਣਨਾ, ਵਰਨਾ ਨਹੀਂ ਸੁਣਿਆ। ਹਾਂਜੀ, ਮੂੰਹ ਫੇਰ ਕੇ ਘੁਮਾ ਕੇ ਸਿੱਧੇ ਪਾਸੇ ਨਾ ਕਰਨਾ ਹੀ ਸੱਚ ਨੂੰ ਪਿੱਠ ਦੇਣੀ ਹੁੰਦੀ ਹੈ। ਹਾਂਜੀ, ਇਹੋ ਨਿੰਦਕ ਸੁਭਾਅ ਕਹਿਲਾਉਂਦਾ ਹੈ। ਸੱਚ ਤੋਂ ਮੁਨਕਰ ਹੋਣਾ ਹੀ ਨਿੰਦਾ ਕਰਨੀ ਹੈ। ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੂੰਹ ਕਾਹੇ ਕੋ ਮਾਰੇ। ਹਾਂਜੀ, ਸੱਚ ਵੱਲੋਂ ਪਿੱਠ ਫੇਰ ਲੈਣਾ। ਜਿਹੜੀ ਇਹ ਪੰਕਤੀ ਤੁਸੀਂ ਅਖੀਰ 'ਚ ਬੋਲੀ ਹੈ, ਇਹਦੇ ਬਾਰੇ ਕਹਾਣੀ ਸੁਣਾਈ ਜਾਂਦੀ ਸੀ ਸਾਨੂੰ ਕਿ ਕਬੀਰ ਜੀ ਦੀ ਵਹੁਟੀ ਰੁੱਸ ਗਈ ਸੀ, ਉਹਨੇ ਮੂੰਹ ਫੇਰ ਲਿਆ ਸੀ ਤੇ ਕਬੀਰ ਜੀ ਨੇ ਇਹ ਵਾਲਾ ਸਾਰਾ ਆਪਣੀ ਉਸ ਪਾਸੇ ਪਿੱਠ ਫੇਰ ਲਈ ਸੀ। ਤਾਂ ਇਹ ਸ਼ਬਦ ਹੈ, ਉਸ ਦੀ ਪਰਥਾਏ ਨਹੀਂ ਹੈ। ਸੱਚ ਵੱਲੋਂ ਮੂੰਹ ਫੇਰਨਾ, ਹੋ ਵਾਰੀ ਮੁਖ ਫੇਰ ਪਿਆਰੇ। ਕਰਵਟ ਦੇ ਦਿੱਤੀ, ਸੱਚ ਨੂੰ ਕਰਵਟ ਦੇ ਦਿੱਤੀ ਤਾਂ ਨੁਕਸਾਨ ਹੋ ਗਿਆ। ਸੋ ਅਸੀਂ ਇੱਥੇ ਲੈਣ ਤੋਂ ਪਹਿਲਾਂ ਤੁਸੀਂ ਜੇ ਲਿਵਿੰਗ ਟ੍ਰੈਜਰ ਤੋਂ ਆਏ ਸਾਡੇ ਜਿਹੜੇ 25 ਸਾਲਾਂ ਤੋਂ ਕਲਾਸ ਚੱਲ ਰਹੀ ਹੈ ਉਹਦੇ ਮੈਂਬਰਸ, ਜਾਂ ਵਿੰਦਰੀ ਭੂਆ ਜੀ ਹੋਰ ਵੀ ਕੋਈ ਸ਼ੇਅਰਿੰਗ ਕਰਨਾ ਚਾਹੁੰਦਾ ਤਾਂ ਉਹਨਾਂ ਨੂੰ ਲੈ ਸਕਦੇ ਹੋ। ਜੇ ਸਵਾਲ ਹੋਣਗੇ ਤਾਂ ਉਹ ਬਾਅਦ ਵਿੱਚ ਕਰ ਦਾਂਗੇ, ਨਹੀਂ ਤਾਂ ਅਸੀਂ ਅੱਗੇ ਟੁਰਾਂਗੇ ਜੇ ਸਮਾਂ ਹੋਇਆ ਤਾਂ। 84 ਭੁਗਤਣਾ ਸਾਡਾ ਨੈਕਸਟ ਟੌਪਿਕ ਹੈ। ਹਾਂਜੀ, ਸਾਡੇ ਨਾਲ ਵਿੰਦਰੀ ਭੂਆ ਜੀ ਹੈਗੇ ਨੇ ਤੇ ਜਸਮੀਤ ਜੀ ਹੈਗੇ ਨੇ ਬੰਬੇ 'ਚ। ਮੈਂ ਵਿੰਦਰੀ ਭੂਆ ਜੀ ਨੂੰ ਰਿਕੁਐਸਟ ਕਰਾਂਗਾ ਕਿ ਪਲੀਜ਼ ਉਹ ਆਪਣੇ ਆਪ ਨੂੰ ਅਨਮਿਊਟ ਕਰਨ ਤੇ ਇਸ ਟੌਪਿਕ ਬਾਰੇ ਪਲੀਜ਼ ਸੰਤਾਂ ਨਾਲ ਸਾਂਝ ਕਰਨ। ਭੂਆ ਜੀ ਪਲੀਜ਼ ਅਨਮਿਊਟ ਯੋਰਸੈਲਫ। विंदर बुआ जी, she is not there. Jasmeet ji, please जी unmute करो। हाँ जी, वाहिगुरू जी का खालसा, वाहिगुरू जी की फतेह। मैं आज तो मैं जस्ट नहीं बाहर हूँ, कुछ काम करके आया। प्लीज आज मैं माफी मांगूंगा। बहुत ही इंटरेस्टिंग टॉपिक चलता पिया सी। ਵੀਰ ਜੀ ਨੇ ਨਾ ਦੋ ਤਿੰਨ ਬਹੁਤ ਜਦੋਂ ਜ਼ਿਕਰ ਕੀਤਾ ਕਿ ਮੂੰਹ ਫੇਰਨ ਦਾ ਤੇ ਕਿਵੇਂ ਸੱਚ ਨੂੰ ਸਤਿਗੁਰ ਦੀ ਆਵਾਜ਼ ਜੋ ਸਾਡੇ ਅੰਦਰ ਹੈ ਉਧਰੋਂ ਆਉਂਦਾ। ਤੇ ਮੈਨੂੰ ਉਸ ਵਕਤ ਨਾ ਗੁਰੂ ਅਮਰਦਾਸ ਪਾਤਸ਼ਾਹ ਦਾ ਇੱਕ ਬੜਾ ਪਿਆਰਾ ਸ਼ਲੋਕ ਹੈ ਜੋ ਉਸਨੂੰ ਬਿਲਕੁਲ ਖੋਲ ਕੇ ਸਾਡੇ ਸਾਹਮਣੇ ਰੱਖ ਦਿੰਦਾ ਹੈ। ਗੁਰੂ ਅਮਰਦਾਸ ਪਾਤਸ਼ਾਹ ਬਿਲਕੁਲ ਸਪਸ਼ਟ ਕਰਦੇ ਨੇ, ਸਤਿਗੁਰ ਕੀ ਪ੍ਰਤੀਤ ਨਾ ਆਇਆ। ਜਦੋਂ ਮੈਂ ਸੱਚ ਨੂੰ ਸਰੈਂਡਰ ਨਹੀਂ ਹੋ ਰਿਹਾ ਨਾ, ਜੋ ਆਪਣਾ ਅਸਲ ਪਿੱਠ ਮਨ ਵਾਲੀ ਪਿੱਠ ਕੀਤੀ ਹੋਈ ਹੈ, ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਪਏ ਨੇ ਸਤਿਗੁਰ ਕੀ ਪ੍ਰਤੀਤ ਨਾ ਆਇਆ, ਸ਼ਬਦ ਨਾ ਲਾਗੂ ਪਾਓ। ਮੈਂ ਗੁਰੂ ਨੂੰ ਧੰਨ ਧੰਨ ਤੇ ਕਹਿੰਦਾ ਪਿਆ, ਗੁਰੂ ਨੂੰ ਮਹਾਨ ਤੇ ਕਹਿੰਦਾ ਪਿਆ, ਪਰ ਅਸਲ ਵਿੱਚ ਜਦੋਂ ਜਿਸ ਚੀਜ਼ ਤੇ ਭਰੋਸਾ ਉੱਠ ਜਾਂਦਾ ਹੈ ਨਾ, ਬਿਲਕੁਲ ਭਰੋਸਾ ਪੈ ਜਾਂਦਾ ਹੈ, ਬੰਦਾ ਉਸ ਅਨੁਸਾਰ ਆਪਣੀ ਜ਼ਿੰਦਗੀ ਦੇ ਸਾਰੇ ਕੰਮ ਕਰਦਾ ਕਿ ਮੈਨੂੰ ਭਰੋਸਾ ਹੋ ਚੁੱਕਿਆ। ਪਰ ਦਿੱਕਤ ਇੱਥੇ ਆਣ ਖਲੋਤੀ ਹੈ ਕਿ ਮੈਂ ਗੁਰੂ ਨੂੰ ਧੰਨ ਤੇ ਕਹਿੰਦਾ ਪਿਆ, ਉਸ ਸੱਚ ਦੇ ਸੁਨੇਹੇ ਨੂੰ ਧੰਨ ਤੇ ਕਹਿੰਦਾ ਪਿਆ, ਪਰ ਕੇਵਲ ਮੂੰਹੋਂ ਬੋਲਦਾ ਪਿਆ। ਅਸਲ ਦੇ ਵਿੱਚ ਭਰੋਸਾ ਨਹੀਂ ਆਇਆ। ਜੇ ਭਰੋਸਾ ਆਇਆ ਹੁੰਦਾ ਤੇ ਉਸ ਸੱਚ ਦੇ ਫਰਮਾਨ ਅਨੁਸਾਰ ਮੈਂ ਤੁਰਿਆ ਵੀ ਹੁੰਦਾ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਸਤਿਗੁਰ ਕੀ ਪ੍ਰਤੀਤ ਨਾ ਆਇਆ, ਸ਼ਬਦ ਨਾ ਲਾਗੋ ਪਾਓ। ਹੁਣ ਆਪਣੀਆਂ ਗਲਤੀਆਂ ਕਰਕੇ ਪਤਾ ਨਤੀਜਾ ਕੀ ਨਿਕਲਦਾ ਪਿਆ। ਗੁਰੂ ਸਾਹਿਬ ਕਹਿੰਦੇ ਪਏ ਨੇ ਉਸ ਨੂੰ ਸੁਖ ਨਾ ਉਪਜੇ, ਭਾਵੇਂ 100 ਗੇੜਾ ਆਵੋ ਜਾਓ, ਭਾਵੇਂ ਤੂੰ ਜਿੰਨੇ ਮਰਜੀ ਬਾਹਰਲੀ ਤੌਰ ਤੇ ਕਰਮ ਕਾਂਡ ਕਰੀ ਜਾ, ਯਤਨ ਕਰੀ ਜਾ, ਜਿਸਨੂੰ
ਗੁਰੂ ਸਾਹਿਬ ਸਪਸ਼ਟ ਕਰਦੇ ਨੇ ਅਨੇਕ ਯਤਨ, ਜਿਸਨੂੰ ਕਹਿੰਦੇ ਪਏ ਨੇ ਜਿੰਨੇ ਮਰਜ਼ੀ ਕਰਮ ਕਾਂਡ ਕਰੀ ਜਾ, 300 ਸਾਲ 400 ਸਾਲ 500 ਸਾਲ ਬਾਅਦ ਖੇਜ ਹੋਣੇ ਸਪਸ਼ਟ ਹੁੰਦੇ ਪਈ ਸੀ, ਜਦ ਤੱਕ ਤੂੰ ਸਮਝਿਆ ਨਹੀਂ ਕਿ ਗੁਰ ਮੇਰੇ ਸੰਗ ਸਦਾ ਹੈ ਨਾ। ਉਹ ਅਗਰ ਤੂੰ ਨਹੀਂ ਸਮਝਿਆ ਪਿਆ ਨਾ, ਫਿਰ ਚੇਤਾ ਰੱਖੀ ਅਨੇਕ ਯਤਨ ਨਹੀਂ ਹੋਤ ਛੁਟਾਰਾ, ਤੇਰਾ ਛੁਟਕਾਰਾ ਨਹੀਂ ਹੋ ਸਕਦਾ। ਤੂੰ ਇਹ ਜੋ ਚਲਾਕੀਆਂ ਕਰਦਾ ਪਿਆ ਨਾ, ਤੈਨੂੰ ਲੱਗਦਾ ਕਿ ਇਹ ਚਲਾਕੀਆਂ ਕੀਤੀਆਂ ਤੇਰਾ ਛੁਟਕਾਰਾ ਹੋ ਸਕਦਾ। ਗੁਰੂ ਸਾਹਿਬ ਕਹਿੰਦੇ ਪਏ ਨੇ ਨਾ, ਇਸ ਨੂੰ ਸਮਝ ਜਾਈ ਬਹੁਤ ਸਿਆਣਪ ਆਗਲ ਭਾਰਾ, ਹਰ ਕੀ ਸੇਵਾ ਨਿਰਮਲ ਹੇਤ, ਪ੍ਰਭ ਕੀ ਦਰਗਾਹ ਸ਼ੋਭਾ ਸੇਤ, ਮਨ ਮੇਰੇ ਕਹੋ ਹਰ ਨਾਮ ਕਾ ਓਲਾ। ਜਦੋਂ ਤੂੰ ਉਸ ਹਰਨਾਮ ਕਾ ਓਲਾ ਨੂੰ ਸਮਝ ਲਿਆ, ਜੋ ਵੀਰ ਜੋ ਐਗਜ਼ਾਮਪਲ ਦਿੰਦੇ ਪਏ ਸੀ ਕਿ ਇੱਕ ਡੌਗ ਦੀ, ਕਿ ਡੌਗ ਅੱਗੇ ਅੱਗੇ ਕਿਉਂ ਚੱਲਦਾ ਹੈ, ਕਿਉਂਕਿ ਉਹਦੇ ਅੰਦਰ ਈਗੋ ਹੈ। ਪਰ ਜਦੋਂ ਮੈਂ ਨਾਮ ਦਾ ਓਲਾ ਲੈ ਲਿਆ ਨਾ, ਮੈਂ ਇੱਕ ਕੁੱਤੇ ਦੀ ਦੂਜੀ ਚੀਜ਼ ਸਿੱਖ ਜਾਵਾਂਗਾ, ਜਿਸਨੂੰ ਬਾਣੀ ਵਿੱਚ ਵੀ ਸਪਸ਼ਟ ਕੀਤਾ ਹੋਇਆ, ਵਫਾਦਾਰੀ। ਉਸ ਹੁਣ ਅੱਗੇ ਭਾਵੇਂ ਅਗਲਾ ਮਸਲਾ ਹੀ 84 ਦੀ ਜੂਨਾ ਵਾਲਾ ਹੈ, ਪਰ ਜਦੋਂ ਅਸੀਂ ਦੇਖੀਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਇੱਕ ਕੁੱਕਰ ਦੀ ਉਦਾਹਰਨ ਦਿੱਤੀ ਹੋਈ ਹੈ, ਇੱਕ ਕੁੱਤੇ ਦੀ ਉਦਾਹਰਨ ਦਿੱਤੀ ਹੋਈ ਹੈ, ਜਿਹਦੇ ਅੰਦਰ ਇਹ ਵੀ ਸਮਝਾਇਆ ਦੁਆਰੇ ਦੁਆਰ ਸੁਆਂਝੋਂ ਭਟਕਦਾ ਪਿਆ ਹੈ, ਈਗੋ ਹੈ। ਪਰ ਇੱਕ ਦੂਜਾ ਐਂਗਲ ਵੀ ਹੈ। ਹੁਣ ਸਾਡੇ ਉੱਤੇ ਕਿ ਅਸੀਂ ਕਿਹੜਾ ਐਂਗਲ ਐਕਸੈਪਟ ਕਰਦੇ ਪਿਆ। ਜੇ ਸਾਨੂੰ ਉਸ ਸੱਚ ਦੇ ਸੁਨੇਹੇ ਤੇ ਭਰੋਸਾ ਨਹੀਂ ਆਇਆ, ਉਸ ਤੇ ਨਹੀਂ ਟੁਰਦੇ ਪਏ, ਫਿਰ ਸਾਡੀ ਹਾਲਤ ਵੀ ਉਸ ਕੁੱਤੇ ਵਾਂਗੇ, ਜਿਸਨੂੰ ਕਹਿੰਦੇ ਪਏ ਨੇ ਜਿਉਂ ਕੂਕਰ ਹਰਕਾਇਆ ਧਾਵੇ ਦੈ ਦਿਸ ਜਾਏ। ਮੇਰਾ ਮਨ ਹਰ ਜਗ੍ਹਾ ਭਟਕਦਾ ਪਿਆ, ਨਸਦਾ ਪਿਆ। ਕਿਉਂ? ਕਿਉਂਕਿ ਹਰਕਾਇਆ ਹੋਇਆ, ਕਿਉਂਕਿ ਈਗੋ ਦੇ ਵਿੱਚ। ਕਿਉਂ? ਕਿਉਂਕਿ ਦੁਆਰੇ ਦੁਆਰ ਨੂੰ ਸੁਆਂਝੋਂ ਦੌਲਤ ਵਾਲੀ ਹਾਲਤ ਹੈ। ਪਰ ਜਦੋਂ ਟਿਕ ਗਿਆ, ਸਮਝ ਗਿਆ ਮੇਰਾ ਮਨ ਹਰਜਨ ਬਣ ਸਕਦਾ ਹੈ, ਸਮਝ ਗਿਆ ਕਿ ਉਹ ਮੈਂ ਬਾਹਰ ਭਟਕਣਾ ਸਾਰਾ ਛੋੜ ਦਿੱਤਾ, ਮੈਂ ਸਮਝ ਗਿਆ ਕਿ ਸਭ ਕੁਝ ਮੇਰੇ ਅੰਦਰ ਹੈ, ਫਿਰ ਉਹ ਕੂਕਰ ਦੀ ਕਿਹੜੀ ਬਿਰਤੀ ਮੇਰੀ ਆ ਜਾਏਗੀ, ਜੋ ਕਬੀਰ ਸਾਹਿਬ ਕਹਿੰਦੇ ਪਏ ਨੇ, ਕਬੀਰ ਕੂਕਰ ਰਾਮ ਕੋ ਮੋਤੀਆ ਮਿਲ। ਹੁਣ ਦੋਨੋਂ ਜਗ੍ਹਾ ਐਗਜ਼ਾਮਪਲ ਕੂਕਰ ਦੀ ਹੈ। ਇੱਕ ਕੂਕਰ ਉਹ ਹੈ ਜਿਹੜਾ ਬਾਹਰ ਭਟਕਦਾ ਪਿਆ, ਜੋ ਮੂੰਹ ਫੇਰ ਕੇ ਬੈਠਾ ਹੋਇਆ, ਜੋ ਅਹੰਕਾਰ ਦੇ ਵਿੱਚ ਹੈ, ਜਿਸਨੇ ਹਰ ਚੀਜ਼ ਨੂੰ, ਸੱਚ ਨੂੰ ਪਿੱਠ ਦੇ ਦਿੱਤੀ। ਪਰ ਜਦੋਂ ਉਹ ਮਨ ਮੇਰੇ ਗਹੋ ਹਰ ਨਾਮ ਕਾ ਓਲਾ ਵਾਲੇ ਅਵਸਥਾ ਤੇ ਆ ਗਿਆ, ਫਿਰ ਜੋ ਉਹਦੇ ਅੰਦਰ ਇੱਕ ਵਫਾਦਾਰੀ ਆਏਗੀ, ਫਿਰ ਉਹ ਸੱਚ ਦੇ ਸੁਨੇਹੇ ਨੂੰ ਐਕਸੈਪਟ ਕਰੇਗਾ। ਫਿਰ ਵੀਰ ਜੀ ਨੇ ਜੋ ਅਖੀਰਲਾ ਇੱਕ ਵਰਡ ਯੂਜ਼ ਕੀਤਾ ਸੀ, ਪ੍ਰੇਮ, ਜਿਸ ਨਾਲ ਮੁਹੱਬਤ ਹੋ ਜਾਏ ਨਾ, ਪ੍ਰੇਮ ਹੋ ਜਾਏ। ਉਸਨੂੰ ਆਪਣੀਆਂ ਸ਼ਰਤਾਂ ਨਹੀਂ ਮਨਾਈਆਂ ਜਾਂਦੀਆਂ, ਪਿਆਰੇ ਦੀ ਸ਼ਰਤ ਮੰਨੀ ਜਾਂਦੀ ਹੈ, ਜਿਸਨੂੰ ਫਰੀਦ ਸਾਹਿਬ ਕਹਿੰਦੇ ਨੇ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਕੱਚਾ ਕਿਰਦਾਰ ਉਹ ਹੈ ਜਿਹੜਾ ਮਨ ਤੋਂ ਕੁਝ ਹੋਰ ਕਹਿੰਦਾ ਪਿਆ, ਮੂੰਹੋਂ ਕੁਝ ਹੋਰ। ਪਰ ਜਦੋਂ ਅਸੀਂ ਪਿਆਰੇ ਨਾਲ ਅਸਲ ਮੁਹੱਬਤ ਕਰ ਲਈ, ਫਿਰ ਅਸੀਂ ਜੋ ਜੋ ਸੱਚ ਦਾ ਸੁਨੇਹਾ ਸਾਡੀ ਕੌਨਸ਼ੀਅਸਨੈਸ ਤੋਂ ਉਹ ਧੁਰ ਕੀ ਬਾਣੀ ਤੋਂ ਸਾਨੂੰ ਸਮਝਦਾ ਆਏਗਾ, ਉਸ ਅਨੁਸਾਰ ਚੱਲਦੇ ਜਾਵਾਂਗੇ। ਜਦੋਂ ਚੱਲਦੇ ਜਾਵਾਂਗੇ, ਫਿਰ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਸਮਝ ਜਾਵਾਂਗੇ। ਫਿਰ ਜੋ ਵੀਰ ਜੀ ਹੋਰਾਂ ਨੇ ਪੰਕਤੀ ਰੱਖੀ ਸੀ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਹੁਣ ਉਸ ਸ਼ਬਦ ਦੇ ਵਿੱਚ ਬਿਲਕੁਲ ਸਪਸ਼ਟ ਹੁੰਦਾ ਪਿਆ, ਹਰ ਜਨ ਰਾਖੇ ਗੁਰ ਗੋਬਿੰਦ, ਮੇਰੀ ਰੱਖਿਆ ਹੋਣੀ ਹੀ ਹੋਣੀ ਹੈ। ਹੁਣ ਮੈਂ ਆਪਣੀ ਜਿਹੜੀ ਸ਼ਾਰਟਕਮਿੰਗਸ ਤੋਂ ਬਚਣਾ ਚਾਹੁੰਦਾ ਹਾਂ, ਜੋ ਮੰਗੈ ਮੇਰਾ ਇਹ ਜਿਹੜਾ ਉਰ ਹੈ, ਹਿਰਦਾ ਹੈ, ਇਹ ਹੁਣ ਟਿਕ ਗਿਆ ਹੈ। ਹੁਣ ਜਿਹੜੀ ਸ਼ਾਰਟਕਮਿੰਗਸ ਤੋਂ ਮੈਂ ਉਭਰ ਕੇ ਮੈਂ ਇੱਕ ਸੁਚੱਜਾ ਜੀਵਨ ਜਾਣਾ ਚਾਹੁੰਦਾ ਹਾਂ, ਗੁਰੂ ਸਾਹਿਬ ਗਾਰੰਟੀ ਦਿੰਦੇ ਪਏ ਨੇ, ਸੋਈ ਸੋਈ ਦੇਵੇ। ਉਹ ਹਰ ਚੀਜ਼ ਤੂੰ ਕਰ ਪਾਏਗਾ, ਬਾਸ਼ਰਤੇ ਤੂੰ ਇਹ ਫੈਸਲਾ ਕਰਨਾ ਕਿ ਤੂੰ ਅਸਲ ਦੇ ਵਿੱਚ ਅੱਜ ਤੱਕ ਸਹੀ ਮੈਸੇਜ ਨੂੰ ਪਿੱਠ ਦਿੱਤੀ ਹੋਈ ਸੀ, ਕਿਸੇ ਹੋਰ ਤੇ ਬਲੇਮ ਨਾ ਪਾਈ, ਪਿੱਠ ਤੂੰ ਦਿੱਤੀ ਸੀ। ਹੁਣ ਤੂੰ ਜਦੋਂ ਆਪ ਘੁੰਮ ਗਿਆ, ਤੂੰ ਸਿੱਧੇ ਪਾਸੇ ਹੋ ਗਿਆ, ਤੂੰ ਆਪਣੇ ਆਪ ਨੂੰ ਅਗਵਾਂ ਤੋਂ ਬਚ ਕੇ ਇੱਕ ਬੜਾ ਹੀ ਚੱਜ ਦੀ ਸੁਚੱਜੀ ਜ਼ਿੰਦਗੀ ਜੀ ਪਾਏਗਾ। ਤੂੰ ਇੱਕ ਸਫ਼ਰ ਤੇ ਚੱਲ ਪਾਏਗਾ, ਜੋ ਸ਼ੁਰੂ ਹੋਇਆ ਕੁਚੱਜੀ ਤੋਂ, ਪਹੁੰਚਿਆ ਸੁਚੱਜੀ ਤੱਕ, ਅਖੀਰ ਗੁਣਵੰਤੀ ਤੱਕ ਆ ਜਾਏਗਾ। ਜੋ ਦੀਸੇ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜਿਉ। ਉਸ ਗੁਰੂ ਦੀ ਸਿੱਖਿਆ ਨੂੰ, ਸੱਚ ਦੇ ਸੰਦੇਸ਼ ਨੂੰ ਬੜੀ ਹੰਬਲੀ ਨਿਮਰਤਾ ਦੇ ਨਾਲ ਮੈਂ ਐਕਸੈਪਟ ਕਰਾਂਗਾ। ਬਹੁਤ ਪਿਆਰਾ ਟੌਪਿਕ ਚੱਲਦਾ ਪਿਆ, ਮੈਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲਾਂਗਾ, ਮੈਂ ਹਰ ਸੈਟਰਡੇ ਨਹੀਂ ਆ ਪਾਉਂਦਾ, ਉਸ ਕਰਕੇ ਇਸ ਜਗ੍ਹਾ ਤੇ ਵਿਚਾਰ ਕਰਨੀ ਹੁੰਦੀ, ਮੈਂ ਮਾਫੀ ਮੰਗਦਾ ਤੁਹਾਡੇ ਸਾਰਿਆਂ ਦਾ। ਬਹੁਤ ਬਹੁਤ ਧੰਨਵਾਦ ਜੀ। ਜੁਝਾਰ ਜੀ, ਬਹੁਤ ਬਹੁਤ ਧੰਨਵਾਦ ਜਸਮੀਤ ਵੀ ਜੀ। ਸੋ ਅਸੀਂ ਤੁਹਾਨੂੰ ਮਿਸ ਕਰਦੇ ਹਾਂ, ਤੁਸੀਂ ਸੈਟਰਡੇ ਆਪਣੇ ਪ੍ਰੋਗਰਾਮਸ ਵਿੱਚ ਬਿਜ਼ੀ ਹੁੰਦੇ ਹੋ, ਸੋ ਵੀ ਆਲਵੇਜ਼ ਮਿਸ ਯੂ। ਥੈਂਕਸ ਫॉर ਕਮਿੰਗ ਬੈਕ ਅਗੇਨ ਐਂਡ ਥੈਂਕਸ ਫॉर ਸ਼ੇਅਰਿੰਗ ਯੋਰ ਡਿਵਾਈਨ ਵਿਜ਼ਡਮ। ਮੈਂ ਵਿੰਦਰੀ ਭੂਆ ਜੀ ਨੂੰ ਰਿਕੁਐਸਟ ਕਰਾਂਗਾ, ਪਲੀਜ਼ ਉਹ ਸੰਗਤਾਂ ਨਾਲ ਇਸ ਟੌਪਿਕ ਤੇ ਸਾਂਝ ਪਾਓ। ਹਾਂਜੀ ਵਿੰਦਰੀ ਭੂਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵੈਰੀ ਗੁੱਡ ਟੌਪਿਕ। ਪਰ ਦੇਖਿਆ ਜਾਏ ਜ਼ਿੰਦਗੀ ਦੇ ਵਿੱਚ
we are not ready to accept that we have ego. बच्चों को पूछो ना, तेरे अंदर हमें है, ईगो है? No, we don't have any ego. I have little bit of anger, little bit of bitterness, but I don't have ego. ਉਹਨਾਂ ਨੂੰ ਇਹ ਹਾਲੇ ਤੱਕ ਨਹੀਂ ਪਤਾ ਕਿ ਜਿਹੜਾ ਈਗੋ ਹੈਗਾ ਉਹ ਇਹਨਾਂ ਸਾਰੇ ਵਿਕਾਰਾਂ ਦਾ ਪਿਓ ਬੈਠਾ ਹੈ। ਪਿਓ ਹੈ ਤਾਂ ਉਹ ਬੱਚੇ ਹਨ। So they are not able to differentiate between ego and the other vices. अगर सिद्धा ही ऐसी ईगो ਨੂੰ ਪਕੜ ਲਈਏ ਤੇ ਸਾਰੀਆਂ ਚੀਜ਼ਾਂ ਖਤਮ। ਪਰ ਗੁਰੂ ਸਾਹਿਬ ਸਾਨੂੰ ਕਹਿੰਦੇ ਨੇ ਕਿ ਬਈ you have to finish off these vices ਨੂੰ ਖਤਮ ਤੇ ਕਰਨੇ। ਤੁਹਾਨੂੰ ਖਤਮ ਕਰੋਗੇ ਤਦ ਹੀ ਤੁਸੀਂ ਇੱਕ ਨਾਲ ਇੱਕ ਮਿਤ ਹੋ ਸਕਦੇ ਹੋ। So we do a very beautiful workshop. ਉਸ ਸਾਡੀ workshop ਵਿੱਚ ਕੀ ਹੁੰਦਾ, ਕਿਉਂਕਿ ਬੱਚੇ are not ready to go inside. Darkness is there, they're not ready to go. ਬਾਣੀ ਪੜ੍ਹਦੇ ਨੇ, ਪਤਾ ਹੈ, ਪਰ ਉਹ ਕਹਿੰਦੇ ਅਸੀਂ ਲੋਕ ਖਾਲੀ ਜਿੱਤ ਨਹੀਂ ਪਾ ਰਹੇ, we are not able to. So we give them a paper and we tell them, do a workshop. ਕਿ ਤੁਹਾਡੇ ਘਰ ਜਿਤਨੇ ਵੀ ਰਿਸ਼ਤੇਦਾਰ ਹੈਗੇ, ਤੁਸੀਂ 3-4 ਬੰਦੇ ਨੂੰ ਲੈ ਕੇ ਤੁਸੀਂ ਉਹਨਾਂ ਦੇ ਅੰਦਰ ਜਿਹੜੀ ਚੀਜ਼ਾਂ ਤੁਹਾਨੂੰ ਨਜ਼ਰ ਆਉਂਦੇ ਉਸ ਨੂੰ ਲਿਖ ਲਓ। ਤਾਂ ਅੱਗੋਂ ਜਵਾਬ ਮਿਲਦਾ ਹੈ ਕਿ 4-5 ਸਾਨੂੰ ਤਾਂ ਬੜਾ ਲੰਬਾ ਪੇਪਰ ਚਾਹੀਦਾ ਹੈ, ਕਿਉਂਕਿ ਉਹਨਾਂ ਦੇ ਅੰਦਰ ਇਤਨੇ ਅਵਗੁਣ ਹੈਗੇ। ਅਸੀਂ ਬੋਲੇ ਚਲੋ ਠੀਕ ਹੈ, ਤੁਸੀਂ 4-5 ਨਾ ਲਵੋ, ਤੁਸੀਂ 2 ਹੀ ਲੈ ਲਓ। ਤਾਂ ਲਿਖਣਾ ਸ਼ੁਰੂ ਕਰ ਦੇ ਤੇ ਕਹਿੰਦੇ ਨੇ ਕਿ ਬਈ ਅਸੀਂ ਨਾਂ ਨਹੀਂ ਆਪਣਾ ਲਿਖਾਂਗੇ, ਕਿਉਂਕਿ ਸਾਰੇ ਰਿਸ਼ਤੇਦਾਰ ਵਿੱਚ ਬੈਠੇ ਨੇ, ਨਾ ਲਿਖੋ। ਉਹਨਾਂ ਨੇ ਲਿਖ ਦਿੱਤਾ, ਲੰਬਾ ਪੇਪਰ ਬਣਾਇਆ ਉਹਨਾਂ ਨੇ, ਇੱਕ ਬੰਦਿਆਂ ਦੇ 50 ਉਹਨਾਂ ਨੇ ਲਿਖ ਲਿੱਤੇ। 2 ਜਾਂ 1 ਬੰਦਿਆਂ ਦਾ ਉਹਨਾਂ ਨੇ ਕਰਕੇ ਸਾਡੇ ਇੱਕ ਬੈਗ ਬਣਿਆ, ਉਹਦੇ ਬੈਗ ਵਿੱਚ ਪਾ ਦਿੱਤਾ। ਉਹਨਾਂ ਨੇ ਕਿਹਾ ਇਸ ਚੀਜ਼ ਦਾ ਕੀ ਫਾਇਦਾ ਹੋਇਆ? ਅਸੀਂ ਬੋਲੇ ਦੁਪਹਿਰੀ ਆਫਟਰ ਲੰਚ ਅਸੀਂ ਦੇਖਾਂਗੇ। ਲੰਚ ਤੋਂ ਬਾਅਦ ਜਦੋਂ ਅਸੀਂ ਖੋਲਿਆ ਤਾਂ ਅਸੀਂ ਪੜ੍ਹਦੇ ਗਏ ਉਹਨਾਂ ਦੇ ਕਿਤਨੇ ਅਵਗੁਣ ਲਿਖੇ ਹੋਏ। ਤਾਂ ਉਹਨਾਂ ਨੇ ਕਿਹਾ ਜੀ ਭੈਣ ਜੀ ਇਸ ਦਾ ਕੀ ਮਤਲਬ ਹੋਇਆ? ਅਵਗੁਣ ਹੀ ਹੈਗੇ ਨੇ, ਅਸੀਂ ਆਪਣੇ ਅਵਗੁਣ ਕਿੱਥੋਂ ਖਤਮ ਕਰੀਏ? ਤੁਹਾਨੂੰ ਤੇ ਸਾਨੂੰ ਸਿਖਾਣਾ ਸੀ। ਮਤਲਬ ਗੁਰੂ ਸਾਹਿਬ ਕਹਿੰਦੇ ਨੇ ਕਿ ਕਿਸੇ ਦੇ ਅੰਦਰ ਵੀ ਅਵਗੁਣ ਨਾ ਚਿਤਾਰੋ, ਕਿਉਂਕਿ ਜੋ ਤੁਸੀਂ ਚਿਤਾਰੋਗੇ ਸਾਰੇ ਅਵਗੁਣ ਤੁਹਾਡੇ ਅੰਦਰ। ਕਹਿੰਦੇ ਤੁਹਾਡਾ ਮਤਲਬ ਕਿ ਜਿਹੜੇ 20-50 ਲੱਖੀ ਨੇ ਇਹ ਸਾਡੇ ਅੰਦਰ ਹੈ? ਮੈਂ ਬੋਲ ਹਾਂਜੀ ਤੁਹਾਡੇ ਅੰਦਰ ਹੈ। ਜਿਨ ਤੁਹਾਡੀ ਨਜ਼ਰ ਕਿਸੇ ਦੇ ਅਵਗੁਣਾਂ ਦੇ ਉੱਪਰ ਜਾਏਗਾ, ਇੱਕਦਮ ਵੀ ਅਲਰਟ ਕਿ ਇਹ ਮੇਰੇ ਅੰਦਰ ਹੈ, ਬਿਕੋਜ਼ ਦਿਸ ਇਜ਼ ਕਾਲਡ ਦ ਲਾਅ ਆਫ ਅਟਰੈਕਸ਼ਨ। ਤੇਰੇ ਅੰਦਰ ਹੈ, ਇਸੇ ਕਰਕੇ ਤੈਨੂੰ ਉਸ ਚੀਜ਼ ਦੀ ਪਹਿਚਾਨ ਹੋ ਰਹੀ ਹੈ। So this is one of the way of how to train the children to control over these vikar. ਦੂਸਰੇ ਦਿਨ ਅਸੀਂ ਕਿਹਾ ਕਿ ਹੁਣ ਤੁਸੀਂ ਫਿਰ ਲਿਖੋ 2 ਹੋਰ ਦਾ। ਉਹਨਾਂ ਨੇ 2 ਦਾ ਜਦੋਂ ਲਿਖਿਆ ਤਾਂ ਲਿਸਟ ਅੱਧੀ ਦੀ ਅੱਧੀ ਬਣ ਗਈ। ਬਲੇ ਕੀ ਗੱਲ ਹੈ, ਤੁਹਾਡੀ ਲਿਸਟ ਬੜੀ ਛੋਟੀ ਹੋ ਗਈ। ਕਹਿੰਦੇ ਜੀ ਨਹੀਂ, ਸਾਨੂੰ ਤੇ ਬੜਾ ਡਰ ਲੱਗਦਾ ਤੱਕਦੇ, ਕਿਉਂਕਿ ਇਹ ਤੇ ਸਾਡੇ ਅੰਦਰ ਹੀ ਹੋਣਗੇ। I said doesn't matter. The next day class work was there. ਜਿਨ੍ਹਾਂ ਦੇ ਅੰਦਰ ਤੁਹਾਨੂੰ ਗੁਣ ਨਜ਼ਰ ਕਿਤਨੇ ਵੀ ਨਜ਼ਰ ਆਉਂਦੇ ਨੇ ਉਹਨਾਂ ਦੇ ਕਹਿੰਦੇ ਅਸੀਂ ਤਾਂ 2 ਹੀ ਲਵਾਂਗੇ, ਅਸੀਂ ਲਿਖਾਂਗੇ। ਉਹਨਾਂ ਨੇ ਲੰਬੇ ਪੇਪਰ ਲਿਖ ਛੋੜੇ ਔਰ ਬੜੇ ਖੁਸ਼। ਜਦੋਂ ਪੇਪਰ ਹੈਂਡਓਵਰ ਕੀਤਾ ਤੇ ਦੇਖਿਆ, ਮੈਂ ਬੋਲੇ ਕਿ ਕੱਲੇ ਇਤਨੇ ਲੰਬੇ? ਕਹਿੰਦੇ ਕਿਉਂਕਿ ਹੁਣ ਸਾਨੂੰ ਪਤਾ ਲੱਗ ਗਿਆ ਕਿ ਜਿਹੜੇ ਗੁਣ ਉਹਨਾਂ ਦੇ ਅੰਦਰ ਉਹ ਮੇਰੇ ਅੰਦਰ ਵੀ ਹੋਣਗੇ, ਬਿਕੋਜ਼ ਦਿਸ ਇਜ਼ ਦ ਲਾਅ ਆਫ ਅਟਰੈਕਸ਼ਨ। ਇਸ ਕਰਕੇ ਸਾਨੂੰ ਨਾ ਅਵਗੁਣ ਹੁਣ ਦੇਖਣ ਵਿੱਚ ਸਾਨੂੰ ਬੜੀ ਤਕਲੀਫ ਹੁੰਦੀ ਹੈਗੀ। ਸੋ ਦਿਸ ਵਾਸ ਅ ਵਰਕਸ਼ਾਪ ਕਿ ਉਹਨਾਂ ਨੂੰ ਇਹ ਚੇਤੇ ਕਰਾਉਣਾ ਕਿ ਇਹ ਜਿਹੜਾ ਪੂਰੀ ਫੌਜ ਬੈਠੀ ਹੋਈ ਹੈ ਨਾ ਲੋਕਾਂ ਦੇ ਅੰਦਰ, ਇਹ ਸਾਡੇ ਅੰਦਰ ਵੀ ਬੈਠੀ ਹੋਈ ਹੈ। Don't keep on pointing fingers at others. When you point finger at one person or one vice, ਸਮਝ ਲਓ ਕਿ ਤੁਹਾਡੇ ਉਹ vice are 3 vices are inside you. So this is a very nice way, ਕਿ ਜਿਸ ਤਰੀਕੇ ਨਾਲ ਅਸੀਂ ਬੱਚਿਆਂ ਨੂੰ ਟ੍ਰੇਨ ਕਰ ਸਕਦੇ ਹਾਂ ਕਿ ਆਪਣੇ ਅਵਗੁਣਾਂ ਦੇ ਉੱਪਰ ਤੁਸੀਂ ਪੂਰੀ ਪੜਚੋਲ ਕਰੋ, ਉਸ ਨੂੰ ਖਤਮ ਕਰੋ, and stop blaming, stop pointing fingers at the vices of the other people. ਡਰ ਦੇ ਮਾਰੇ ਉਹਨਾਂ ਨੂੰ ਗੁਣਾਂ ਦਾ ਪੜਚੋਲ ਸ਼ੁਰੂ ਕਰ ਦਿੱਤਾ, started seeing the virtues in others, because ਉਹਨਾਂ ਨੂੰ ਸੀ ਕਿ ਇਹ virtues ਮੇਰੇ ਅੰਦਰ ਵੀ ਹੋਏਗਾ। So this is a one way of how to train, ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ ਕਿਸੇ ਦੇ ਅੰਦਰ ਵੀ ਕੋਈ ਵੀ ਅਵਗੁਣ ਨਾ ਦੇਖੋ। ਜੋ ਦੇਖੋਗੇ ਉਹ ਤੁਹਾਡੇ ਘਰ ਜਾਏਗਾ। ਗੁਣਾਂ ਨੂੰ ਦੇਖੋਗੇ ਤੇ ਗੁਣ ਤੁਹਾਡੇ ਨਾਲ ਹੋ ਜਾਏਗਾ। That is why we always do the praises of the Lord, ਤਾਂ ਕਿ ਸਾਡੇ ਉਹ ਗੁਣ ਸਾਡੇ ਅੰਦਰ ਆ ਜਾਣ। So I think these are very nice ways, of how to finish off, eradicate all the vices. And ਇਹ ਧਾਰਨਾ ਗੁਰੂ ਦੀ ਗੱਲ, ਰੱਬੀ ਗੁਣ ਉਹਨਾਂ ਨੂੰ ਤਾਰ ਕੇ ਆਪਣਾ ਜੀਵਨ ਸਫਲ ਕਰਨਾ। ਹਾਂਜੀ, ਥੈਂਕ ਯੂ ਸੋ ਮਚ ਭੂਆ ਜੀ। ਐਜ਼ ਯੂਜੂਅਲ ਤੁਸੀਂ ਬੜੇ ਈਜ਼ੀ ਵੇਜ਼ ਦੇ ਨਾਲ ਸਾਨੂੰ ਟੈਕਨੀਕਸ ਦੱਸਦੇ ਹੋ ਜਿਹਦੇ ਨਾਲ ਅਸੀਂ ਆਪਣੇ ਵਿਕਾਰਾਂ ਨੂੰ ਪਛਾਣ ਸਕੀਏ, ਐਂਡ ਸਪੈਸ਼ਲੀ ਬੱਚਿਆਂ ਦੇ ਲੈਵਲ ਤੱਕ ਜਾ ਕੇ
बस जी ਵੱਡੇ ਹੋ ਕੇ ਵੀ ਇਹਨਾਂ ਚੀਜ਼ਾਂ ਨੂੰ ਨਹੀਂ ਸਮਝ ਪਾਉਂਦੇ ਜਿਹੜੇ ਤੁਸੀਂ ਇੰਨੀ ਸੌਖੀ ਤਰੀਕੇ ਨਾਲ ਸਮਝਾ ਪਾਉਂਦੇ ਹੋ ਸਬਜੈਕਟ ਟੂ ਵੀ ਟਰਾਈ ਟੂ ਇੰਪਲੀਮੈਂਟ ਇਟ ਔਨ ਆਰ ਲਾਈਫ ਥੈਂਕ ਯੂ ਸੋ ਮਚ ਬ్రో ਜੀ ਹਾਂਜੀ ਵੀ ਟੌਪਿਕ ਅਸੀਂ ਜਿਹੜਾ ਅੱਜ ਲੈਣਾ ਅੱਗੇ ਅਸੀਂ ਲੈ ਸਕਦੇ ਹਾਂ ਪਿੰਦਰ ਵੀ ਜੀ ਹਾਂਜੀ जी थैंक यू थैंक्स फॉर शेयरिंग जुजार जी ਭੂਆ जी और जसमीत जी ਤੇ ਤੁਸੀਂ ਅੱਗੇ ਜਿਹੜਾ ਰੀਕੈਪ ਤੋਂ ਬਾਅਦ ਕੋਈ ਕੁਐਸਚਨ ਤੇ ਨਹੀਂ ਆਇਆ नहीं जी कोई सवाल नहीं ठीक है ਤੇ ਅਗਲਾ ਪੜ ਸਕਦੇ ਹਾਂ ਹਾਂ ਅਗਲਾ ਸਾਡਾ ਹੈ 84 ਭੁਗਤਨਾ जी भी जी हाँ जी जी तुसी रीकैप आप भी करना है कुछ रीकैप जी भी जी ठीक है जिन्ना होए घट है ਅਸੀਂ ਕਦੀ ਇਹ ਤਾਂ ਕਹਿ ਹੀ ਨਹੀਂ ਨਾ ਪਾਵਾਂਗੇ ਕਿ ਅਸੀਂ ਸਮਝ ਲਿਆ ਅਸੀਂ ਕਰ ਲਿਆ ਹੈ ਨਾ हाँ जी जितना मेरे सुभाव चेंज आवे जितने मैक्सिमम एंगल्स डिस्कस किए जा सकन जिसा ਹੁਣ ਭੂਆ ਜੀ ਨੇ ਉਹ ਵਾਲਾ ਐਗਜ਼ਾਮਪਲ ਦਿੱਤਾ ਤੇ ਪੇਪਰ ਤੇ ਲਿਖ ਕੇ ਇਸ ਤਰੀਕੇ ਦੇ ਨਾਲ ਇਹ ਸਾਰੀਆਂ ਜਿੰਨੀਆਂ ਜ਼ਿੰਦਗੀ ਭਰ ਚ ਐਕਸਰਸਾਈਜ਼ਸ ਨੇ ਇਹ ਸਾਰੀਆਂ ਮੈਨੂੰ ਫਿਕਸ ਅਪ ਕਰਨ ਵਾਸਤੇ ਨੇ ਬਸ ਆਪਣੇ ਬਾਰੇ ਹੀ ਸੋਚਣਾ ਤਾਂ ਕਿ ਅਸੀਂ ਉਸ ਨੂੰ ਆਪਣੀ ਪ੍ਰੈਕਟਿਸ ਵਿੱਚ ਸੁਭਾਅ ਵਿੱਚ ਲਿਆ ਸਕੀਏ ਉਹ ਤਾਂ ਵੀ ਕਲੇਮ ਨਹੀਂ ਕਰ ਸਕਦੇ ਵੀ ਲੈ ਆਏ ਹੈ ਨਾ ਠੀਕ ਹੈ ਜੀ ਜਦੋਂ ਕੋਈ ਮਨੁੱਖ ਮੁਸੀਬਤਾਂ ਵਿੱਚ ਫਸ ਕੇ ਦਿਨ ਰਾਤ ਕਈ ਵਰੇ ਭਾਵ ਲੰਬੇ ਸਮੇਂ ਤੱਕ ਮੁਸੀਬਤਾਂ ਸਹਾਰਦਾ ਰਹਿੰਦਾ ਹੈ ਮਨੁੱਖ ਦੀ ਇਸੇ ਦੁਖੀ ਅਵਸਥਾ ਨੂੰ 84 ਭੁਗਤਨਾ ਕਹਿੰਦੇ ਹਨ ਅੱਛਾ ਜੀ ਦੇਖੋ ਇਹ ਹੁਣ ਟਰਮ ਅਸੀਂ ਜਿਹੜਾ ਪਹਿਲਾਂ ਸਮਝ ਰਹੇ ਸੀ ਮਨ ਅਰਪੀ ਤਨ ਅਰਪੀ ਧਨ ਅਰਪੀ ਦੇਸ਼ ਅਰਪੀ ਉਸ ਤੋਂ ਬਾਅਦ ਅਸੀਂ ਫਿਰ ਇੱਕ ਐਂਗਲ ਹੁਣੇ ਪੜਿਆ ਮੂੰਹ ਫੇਰਨਾ ਅੱਖਾਂ ਫੇਰਨਾ ਪਿੱਠ ਦੇਣਾ ਤੇ ਹੁਣ ਇਹ ਜਿਹੜਾ ਤੁਹਾਡਾ ਨੈਕਸਟ ਟੌਪਿਕ ਸ਼ੁਰੂ ਹੋਇਆ 10th ਨੰਬਰ ਪੁਆਇੰਟ ਸ਼ੁਰੂ ਹੋਇਆ 84 ਭੁਗਤਨਾ ਸੋ 84 ਭੁਗਤਨਾ ਦੇ ਨਾਲ ਤਾਂ ਲਿੰਕ ਹੈ ਉਹ ਸਾਰੀ ਥਿਊਰੀ ਜਿਹੜੀ ਆਮ ਪ੍ਰਚਲਿਤ ਹੈ ਅਸੀਂ ਹੁਣ ਮਨੁੱਖ ਬਣੇ ਹਾਂ ਪਹਿਲਾਂ ਅਸੀਂ 84 ਲੱਖ ਜੂਨਾਂ ਵਿੱਚ ਭਟਕ ਕੇ ਆਏ ਹਾਂ ਕਦੇ ਮੇਰੀ ਆਤਮਾ ਕੁੱਤਾ ਬਣ ਗਈ ਸੀ ਕਦੇ ਬਿੱਲੀ ਬਣ ਗਈ ਸੀ ਸਰੀਰਕ ਤੌਰ ਤੇ ਪਿਛਲੇ ਜਨਮ ਵਿੱਚ ਮੈਂ ਕੁੱਤਾ ਬਿੱਲੀ ਗਾਂ ਸੀ ਜਾਂ ਸੱਪ ਸੀ ਜਾਂ ਕੀੜਾ ਸੀ ਤਾਂ ਫਿਰ ਕੋਈ ਚੰਗੇ ਕਰਮਾਂ ਕਰਕੇ ਮੈਨੂੰ ਹੁਣ ਮਨੁੱਖਾ ਦੇਹੀ ਮਿਲੀ ਹੈ ਇਸ ਤਰੀਕੇ ਦੀ ਉਹ ਫਿਲਾਸਫੀ ਉਹ ਥਿਊਰੀ ਉਹ ਬੜੀ ਹਜ਼ਾਰਾਂ ਸਾਲਾਂ ਤੋਂ ਪ੍ਰਚਲਿਤ ਥਿਊਰੀ ਦੇ ਮੁਤਾਬਕ ਇੱਕ ਲਫ਼ਜ਼ ਬਣ ਗਿਆ ਜਿਸ ਨੂੰ 84 ਕਹਿੰਦੇ ਹਨ ਵੈਸੇ ਤਾਂ ਸ੍ਰਿਸ਼ਟੀ ਵਿੱਚ ਕਿਤਨੀਆਂ ਜੂਨਾਂ ਨੇ ਕੋਈ ਗਿਣ ਨਹੀਂ ਸਕਦਾ ਗੁਰਬਾਣੀ ਤੇ ਕਰੋੜ ਵੀ ਕਹਿੰਦੇ ਕਈ ਕੋਟ ਬੋ ਜੋਨ ਪਰਮਾਏ ਬੜੀਆਂ ਜੂਨਾਂ ਹੁੰਦੀਆਂ ਨੇ ਪਰ ਗੁਰਮਤ ਕਿਹੜੀਆਂ ਜੂਨਾਂ ਦੀ ਗੱਲ ਕਰਦੀ ਹੈ ਕਿ ਕਿਸ ਤਰ੍ਹਾਂ 84 ਦਾ ਸਾਰਾ ਜਿਹੜਾ ਸਬਜੈਕਟ ਹੈ ਉਹ ਜਿਹੜਾ ਗੇੜ ਹੈ ਉਹ ਜੀਂਦੇ ਜੀ ਵਾਲਾ ਹੈ ਮੇਰੇ ਇਸੇ ਸਰੀਰਕ ਜੀਵਨ ਕਾਲ ਵਿੱਚ ਜਿਹੜਾ ਮੈਂ ਪਲ ਪਲ ਰੋਜ਼ ਮਰਦਾ ਹਾਂ ਉਹਦੇ ਪੱਖੋਂ ਹੈ ਇਹਦਾ ਮਤਲਬ ਉਹ ਜਿਹੜਾ ਲਫ਼ਜ਼ ਵਰਤਿਆ ਗਿਆ ਉਸ ਲਫ਼ਜ਼ ਨੂੰ ਅਸੀਂ ਕਹਿ ਰਹੇ ਹਾਂ ਪ੍ਰੌਡਾਵਾਦ ਦੇ ਢੰਗ ਵਿੱਚ ਸਪੀਕਿੰਗ ਇਨ ਵਰਨੈਕੂਲਰ ਦੇ ਢੰਗ ਵਿੱਚ ਮੈਟਾਫਰਸ ਜਾਂ ਫਰੇਜ਼ਿਸ ਯੂਜ਼ ਕਰਕੇ ਜਾਂ ਇਲੂਜ਼ਨਸ ਜਾਂ ਹਿਸਟੋਰੀਕਲ ਨੇਮਸ ਯੂਜ਼ ਕਰਕੇ ਉਹ ਜਿਹੜੀ ਸੱਚ ਦੀ ਗੱਲ ਸਮਝ ਨਹੀਂ ਹੁੰਦੀ ਹੈ ਉਸ ਸਾਰੇ ਢੰਗ ਨੂੰ ਸਪੀਕਿੰਗ ਇਨ ਵਰਨੈਕੂਲਰ ਜਾਂ ਪ੍ਰੌਡਾਵਾਦ ਕਹਿੰਦੇ ਆ ਜਦੋਂ ਤੱਕ ਅਸੀਂ ਇਹ ਲਫ਼ਜ਼ ਦੀ ਉਸ ਗਹਿਰਾਈ 'ਚ ਨਹੀਂ ਜਾਂਦੇ ਹਾਂ ਅਸੀਂ ਉਹਦਾ ਓਰੀਜਨ ਵੀ ਸਮਝਦੇ ਹਾਂ ਫਿਰ ਉਹ ਯੂਜ਼ ਕਿਸ ਤਰ੍ਹਾਂ ਕੀਤਾ ਗਿਆ ਉਹ ਵੀ ਸਮਝਦੇ ਹਾਂ ਆਪਣੇ ਤੇ ਐਪਲੀਕੇਬਲ ਅਰਥ ਸਮਝਦੇ ਹਾਂ ਸੋ 84 ਭੁਗਤਣਾ
एक फ्रेज है, एक ईडियम है, एक अखान है या एक टर्म यूज की जाती है इस ढंग दे नाल कि ਉਹਦਾ मतलब धर्म दी दुनिया विच की है। जो बहुत जन्म बिछड़े थे माधो कहते हैं, ये जन्म तुम्हारे लेखे का मतलब होता है एट प्रेजेंट मेरा जिहड़ा मन है उसने अपने सारे मंदे ख्यालों वाली जिहड़ी अवस्था बनाई हुई सी, उस अवस्था तो अपने आप नू समर्पण किया है। अब की बार बख्श बंदे को मैं बहुत अवगुण करता हाँ, मेरी 30 40 50 60 साल 70 90 100 साल उम्र हो गई है, पर अपनी उम्र में कितने अवगुण करता रहा इसे शरीरक जीवन काल विच हुण मैं सिंसीयरली सरेंडर करदा। इनू कहंदे ने अब की बार बख्श बंदे को। बख्श दा मतलब माफ करना नहीं हुंदा, बख्श दा मतलब है हुण मैं सिंसीयरली सुनन आया, तुसी मैनू विजडम बख्शो, ग्रांट मी योर विजडम। वो तो बख्शदा ही है, वो माफी वाला तो कॉन्सेप्ट उन्होंने कहने की लोड़ ही नहीं है। बख्श दा मतलब अब की बार बख्श, काइंडली ग्रांट मी एट दिस मोमेंट। तो ग्रांट भी बख्श भी वो हमेशा गुरु प्रसाद की बारिश ते हो ही रही है, चारों पासे हो रही है। तो चारों पासों सब जगह हर वेले अलर्टनेस नाल सुनना सीख। यही तो साडा 15 अगस्त का सैमीनार है कि साडी बॉडी फंक्शन किस तरह करती है। वो फंक्शन डिवाइन फंक्शन है, डिवाइन मैकेनिज्म वाला फंक्शन असी सीखना है 15 अगस्त में। जिस तरह सुनते हाँ उस तरह दे बढ़ते जाते हैं, जिस तरह तकते हाँ उस तरह दे बढ़ते जाते हैं। पर सुचज्जा जीवन बनया कि नहीं बनया, इसका मतलब मैं एट प्रेजेंट सिंसियरली सुनना है। अब की बार पहला भी आंदा सी, आके चला जाता सी, अपना सोचनी दा पिटारा, अपना सिर, अपना दिमाग, अपना ओयो एटीट्यूड लेके मैं वापस चला जाता सी, अपना ओयो पुठा उड़ियार वाला मेलाइन थॉट्स वाला भांडा लेके वापस चला जाता सी। हज काबे होए गया केती बार कबीर, धार्मिक स्थानां ते तीर्थां ते या पाठ कर करके बहुत कुछ मैं करता हाँ, पर एट प्रेजेंट मैं सिंसियरली अपने अवगुणा तो छुट्टन वास्ते आया हाँ। अब की बार अब हम चली ठाकुर पहार। अब एट दिस मोमेंट मैनू अपने बारे समझ आ रही है, आई वॉज रॉन्ग, दैट्स व्हाई आई एम नॉट हैप्पी। ता अब की बार ए अब की बार दी गल जे समझ आ जाए ना, एट दिस मोमेंट आई सिंसियरली सरेंडर, समर्पण कि मैं सच सुनना चाहता। बख्श ਇਹਦਾ मतलब ਜਦੋਂ ਅਸੀਂ सिंसियरली सुनन दा मन बनाते हैं ना, उसी वेले भांडा सीधा हो गया। हुण ਇਹਦੇ ਚ वस्त पै ही जाएगी। वरना बहुते फेर पे मैं दूजियां जूना वाले अवगुण जीता हाँ, उन्हां विच वो अवगुण नहीं है, बट आई एम नॉट सपोज टू फॉलो दैट अवगुण। कुत्ता जे भौंकदा है मैनू नहीं भौंकना, कुत्ता जे वफादार है तो मैनू वफादारी रखनी है, वफादारी ते अवगुण नहीं होता। बस इंज दूजियां जूना अपने तो मनुख जात तो इलावा
ਹੋਰ ਔਗਣੀ ਖਿਆਲਾਂ ਵਾਲੇ ਜੀਵਨ ਵਿੱਚ ਰਹਿਣਾ ਬਹੁਤੇ ਫੇਰ ਪਏ ਕਿਰਪਨ ਕੋ। दूजिया जूना वाला जीवन जीना बहुत जन्म बिछड़े थे माधो। ए जन्म तुम्हारे लिखे, ए जन्म का मतलब की है अब की बार, एट प्रेजेंट। मैं दूजे दरां ते नहीं जा रहा, द्वारे द्वार स्वान जो डोलत वांगू, मैं वो डॉग वांगू, स्वान वांगू, कुत्ते वांगू नहीं पटक रहा। मैं तुहाडे दर ते आ गया। जदों सारे दर छड्ड दिंदे आ ना तां नम्रता विच आ गई। इस अवस्था नूं बिदर कहंदे ने, इस अवस्था नूं गरीबड़ा सुभाअ कहंदे ने। ये नम्रता वाला सुभाअ बी दर, विदाउट टेक ऑन एनी नेगेटिव थॉट्स वाले दर, बी दर। राजन कवन तुम्हारे आवे, ऐसो पाओ बी दर को देखियो। वो गरीब होए भावे, गरीबड़ा सुभाअ इंज आंदा है। गरीबड़ा सुभाअ मैले कपड़े पाउण नाल नहीं आंदा। गरीबड़ा सुभाअ हाथी च रोटी रख के उहदे ते दाल पा के उत्थे इंज कर लेना, इहनूं नहीं कहंदे ने। गरीबड़ा सुभाअ अपने आप नूं ठीक सवार के ना रखण नूं नहीं कहंदे ने। गरीबड़ा सुभाअ दा मतलब होंदा है मन करके मस्कीन, नम्रता, मन करके गरीबड़ा सुभाअ, मन करके हंबल। जैसे कहते हैं आओ आओ दास दे घर आओ, आओ आज गरीब खाने किस तरह आए। ए गरीबड़ा सुभाअ दे निशानियां नहीं ने, ए बाहरों फोनी वर्ड्स यूज करन दा ढंग है। ए बारों बारों चिट्टे जिनके कपड़े मैले चित कठोर जी, बारों बारों चिट कपड़िया दिखाण दा ढंग है। पर नम्रता विच आ जाना भी दर। मैं होर जूना दे मंदे औगणी ख्यालां दे कारण दुखी रहंदा सी। अब की बार, अब हम चली ठाकुर पे हार। भांडा सीधा होया, गुरप्रसाद दी बारिश पैनी शुरू हो गई। वरना मूंदे भांडे कछ ना समावे, पुठे भांडे तो कुछ पै नहीं सकता। हुण जदों असीं इस तरह अपने बारे समझदे आ ना कि मैं औगणी सुभाअ दे कारण दुखी रहंदा हां, दूजिया जूना दे सुभाअ दे कारण बहुत जन्म तब बिछोड़ा हो गया। बिछड़े थे माधो। शरीरक पिछले जन्म दी पास्ट लाइफ दी गल नहीं चल रही। वो औगणी सुभाअ दे कारण मैं अज तक अपनी ईगो, अपने हंकार विच अपने आप नूं परफेक्ट, अपने आप नूं सियाणा मन जाने सब बात समझदा रहा, तब मैं अंदरों दुखी, अपसेट, उदास, निराश, सेल्फिश हो गया। बहुत जन्म बिछड़े थे माधो, बहुते फेर पए किरपन को। कदों जदों मैं नदर उपट्ठी कीती, जदों मैं तुहाडे नजरिए तो पुट्ठा सोचना शुरू किया, तुसी मनु इंसानियत वाला नजरिया समझा रहे सी। सतगुरु जी जे मैं तुहाडा नजरिया नहीं लिया तां नदर उपट्ठी कीती ना। हुण मनु कहंदे ने नदर करें जे अपनी, पौड़ी गुरु नानक पातशाह जी दी आसा राग विच वार। नदर करें जे अपनी ता नदरी सतगुर पाया, ए जियो बहुते जन्म भरम्या। 84 भुगत रहा मैं एट प्रेजेंट। मैं 84 लाख जूना दा मतलब 84 लाख जूना नू नहीं कहंदे ने, 84 नू कोई नहीं काउंट कर सकदा। मैं सच तो मुनकर होया,
ਇਹ ਜਿਉ ਬਹੁਤੇ ਜਨਮ ਭਰਮਿਆ, ਮੈਂ ਭਟਕਦਾ ਹਾਂ ਜੀਂਦੇ ਜੀ। ਇਹਨੂੰ ਮ੍ਰਿਗ ਤ੍ਰਿਸ਼ਨਾ ਕਹਿੰਦੇ ਨੇ। ਜੀਂਦੇ ਜੀ ਮੈਂ ਹਿਰਨ ਹੋ ਗਿਆ। ਮਨ ਤੋਂ ਮੈਗਲ ਹੋ ਰਿਹਾ। ਜੀਂਦੇ ਜੀ ਮੈਂ ਹਾਥੀ ਹੋ ਗਿਆ, ਹੰਕਾਰੀ ਹੋ ਗਿਆ। ਮੈਂ ਆਪਣੀ ਨੱਕ ਰੱਖਣ ਵਾਸਤੇ, ਦਿਖਾਵੇ ਦਾ ਸ਼ੋਅ ਆਫ ਕਰਨ ਵਾਸਤੇ ਆਪਣੀ ਨੱਕ ਥੱਲੇ ਕਿਸੇ ਨੂੰ ਆਣ ਨਹੀਂ ਦਿੰਦਾ। ਕੋਈ ਮੇਰੇ ਅੱਖਾਂ ਤੇ ਪ੍ਰਵਾਨ ਹੀ ਨਹੀਂ ਚੜਦਾ। ਸਾਰੇ ਮੈਨੂੰ ਔਗਣੀ ਨਜ਼ਰ ਆਉਂਦੇ ਨੇ। ਮੇਰੀ ਹੰਕਾਰ ਦੀ ਨੱਕ, मेरा फील करना मैं ही बुद्धिमान हाँ। अखाड़ा ना हाथी बुद्धिमान होता है, पर हाथी अहंकारी भी होता है। ओदी लंबी सूंड कुदरत दे नियमां विच क्यों बनी है, ये हाथी जाने। असी समझना है मैं जे लंबी नक रखदा, लंबी सूंड रखदा, तां मैं 84 भुगत रहा। जे मैं गल गल ते कुत्ते वांगू भौंकदा हाँ, मैं 84 भुगत रहा। जे मैं हिपोक्रेट हाँ, मैं बगला हाँ। जे मैं क्वैक क्वैक कां कां करदा हाँ, हर वेले हर गल ते मैं बोलदा जरूर हाँ। बोलण वेले भी दूजे दा अवगुण भी जरूर कड्डदा हाँ, बोलण वेले दूजे नूं एडवाइस भी जरूर करदा हाँ। मैं बोले बगैर रहंदा ही नहीं। उन्होंने कहा मां मां मैं रह ना सका। अपना प्रगटावा कां कां। सच सुनन वेले मैं डमी हो जाता, खोता डंकी खर। 84 भुगत रहा मैं जींदे जी। जुजार जी थले वो हैंड रेज किया हुआ है गुरमेल सिंह जी ने। पहला इन्हां दी शेयरिंग ले लो। हाँ जी, गुरमेल प्लीज अनम्यूट योरसेल्फ। हाँ जी हेलो, वाहिगुरू जी खालसा वाहिगुरू जी फतेह। मैं अपना क्वेश्चन लिखा सीगा। अजकल डीजे फीजी दी चलती पई है सीरीज, और बंगला साहब भी चलती पई है। तो उस जो श्लोक आया सीगा जो मैं तुहानू लिख के भेजा, फीदा जिन लोन जग मोया से लोन में डिठ, कलजल कज्जल रेखना सहदियां से पंखी सोए बहिठ। ਜਿਹੜੇ ਪੰਖੀ ਦੇ ਜਿਹੜੇ ਬੱਚੇ ਦੱਸੇ ਨੇ, ਇਹ ਕੀ ਹੈਗਾ? ਇਹਦਾ ਕੀ ਮਤਲਬ ਕਿ ਪਾਵਰ ਹੈਗਾ? ਕਿਉਂਕਿ ਬੰਗਲਾ ਸਾਹਿਬ ਵੀ ਉਹਨਾਂ ਨੇ ਇਹੀ ਦੱਸਿਆ, ਉਹ ਆਲਣੇ ਬਣਾ ਲੈਂਦੇ ਆਪਣਾ ਪੰਛੀ ਜਿਹੜੇ ਮਨ ਤੋਂ ਬਾਅਦ ਆਲਣਾ ਬਣ ਜਾਂਦੇ ਨੇ ਵਿੱਚ। ਆਲਣੇ ਕੀ ਹੈਗੇ ਨੇ? ਹਾਂਜੀ ਗੁਰਮੇਲ ਸਿੰਘ ਜੀ, ਉਹ ਕੀ ਦੱਸਦੇ ਹਨ, ਅਸੀਂ ਉਹਦੇ ਬਾਰੇ ਕੁਝ ਕਹਿ ਨਹੀਂ ਸਕਦੇ। ਤੇ ਆਲਣੇ ਕੀ ਹੁੰਦਾ ਹੈ ਇਹ ਤੇ ਫਿਰ ਉਹੀ ਦੱਸਣਗੇ। ਨਹੀਂ, ਪਰ ਆਪਣਾ ਕੀ ਵਿਚਾਰ ਹੈ? ਅੱਛਾ ਜੀ, ਸਾਡਾ ਗਲਤ ਵੀ ਹੋ ਸਕਦਾ ਹੈ, ਔਰ ਸਾਡਾ ਸਿਰਫ ਆਪਣੇ ਆਪ ਦੇ ਬਾਰੇ ਸਮਝਣ ਵਾਸਤੇ ਹੈ ਕਿ ਉਹ ਨੈਗੇਟਿਵ ਦੇ ਬਦਲੇ ਜਾਂ ਮਰਨ ਤੋਂ ਬਾਅਦ ਅੱਖਾਂ ਵਿੱਚ ਪੰਛੀ ਆਲਣੇ ਬਣਾ ਲੈਣ ਦੇ ਬਦਲੇ ਅਸੀਂ ਐਟ ਪ੍ਰੈਜ਼ੈਂਟ ਸਮਝਦੇ ਹਾਂ ਕਿ ਉਹ ਸੱਚ ਪੋਸੀਬਲ ਹੀ ਨਹੀਂ ਹੈ ਨਾ। ਹਾਂਜੀ ਹਾਂ, ਤੇ ਜੇ ਪੋਸੀਬਲ ਮਰਨ ਤੋਂ ਬਾਅਦ ਨਹੀਂ ਹੈ ਤੇ ਐਟ ਪ੍ਰੈਜ਼ੈਂਟ ਫਿਰ ਸਮਝਾਂਗੇ ਨਾ। ਹਾਂ, ਉਹ ਕੀ ਹੈਗਾ ਬਸ। ਹਾਂ, ਜਦੋਂ ਸੱਚ ਦੇ ਪੰਖੀ ਮੇਰੇ ਅੰਦਰ ਕ੍ਰੀਏਟ ਹੋ ਜਾਣ ਨਾ, ਤਾਂ ਉਹ ਪ੍ਰਤੀਕ ਹੈ ਕੂੰਜ ਦਾ, ਗੀਤ ਦਾ। ਉਹ ਵਾਲੀ ਅਵਸਥਾ ਪ੍ਰਾਪਤ ਹੋ ਗਈ ਜਿਸ ਅਵਸਥਾ ਵਿੱਚ ਮੈਂ ਸੱਚ ਦੇ ਰਜ਼ਾ ਦੇ ਨਿਯਮ ਸਿਸਟਮ ਦੇ ਖਜ਼ਾਨੇ ਨੂੰ ਪ੍ਰਾਪਤ ਕਰ ਸਕਦਾ, ਤਾਂ ਮੈਨੂੰ ਸੰਤੋਖੀ ਰਿਜ਼ਕ ਦਾ ਭੋਜਨ ਮਿਲਦਾ ਹੈ। ਉਹ ਅਵਸਥਾ ਪ੍ਰਾਪਤ ਹੁੰਦੀ ਹੈ, ਉਹਨੂੰ ਕਹਿੰਦੇ ਨੇ ਊਡੈ ਊਡਾਵੈ ਸਹਿ ਕੋਸਾਂ ਤਿਸ ਪਾਛੈ ਬਚਰੇ ਛਰਿਆ, ਤਿਨ ਕਵਣ ਖਿਲਾਵੈ ਕੌਣ ਚੁਗਾਵੈ ਮਨ ਮੈਂ ਸਿਮਰਨ ਕਰਿਆ। ਉਹ ਕੂੰਜ ਦੀ ਅਵਸਥਾ, ਉਹ ਪੰਖੀ
ਮੇਰੀਆਂ ਅੱਖਾਂ 'ਚ ਦੇਖਣ ਦਾ ਨਜ਼ਰੀਆ ਭਾਵ ਮੇਰੇ ਥਾਟ ਪ੍ਰੋਸੈਸ ਵਿੱਚ ਸੱਚ ਦੇ ਨਿਯਮ ਸਿਸਟਮ ਦੇ ਅਲਾਈਨ ਹੋ ਜਾਣਾ ਮਨ ਮੈਂ ਸਿਮਰਨ ਕਰਿਆ ਕਹਿਲਾਂਦਾ ਹੈ ਔਰ ਰਜ਼ਾ ਅਨੁਸਾਰ ਜੀਵਨ ਜਾਚ ਬਣਦੀ ਹੈ। ਜੀ ਜੀ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਉਹ ਜਦੋਂ ਬਣਦੀ ਹੈ ਨਾ ਤਾਂ ਕੱਜਲ ਰੇਖਣਾ ਸਹਿੰਦਿਆਂ ਦਾ ਮਤਲਬ ਹੁੰਦਾ ਹੈ ਹੁਣ ਕਾਲਖ ਦੀ ਲੀਕ ਜਾਂ ਕਾਲਖ ਵਾਲੇ ਮੰਦੇ ਖਿਆਲ ਨੈਗੇਟਿਵ ਥਾਟਸ ਦੇ ਸੁਭਾਅ ਵੱਲ ਮੇਰਾ ਹੁਣ ਤੁਰੰਤ ਤੇ ਉਸ ਮਾਰਗ ਤੇ ਦਿਲ ਨਹੀਂ ਕਰਦਾ, ਉਹ ਸਹਿਨ ਹੀ ਨਹੀਂ ਹੈ। ਡਾਟ ਜਿਤਨਾ ਬਲੈਕ ਅਵਗੁਣ ਵੀ ਮੈਨੂੰ ਬਰਦਾਸ਼ਤ ਨਹੀਂ ਰਿਹਾ ਕਿਉਂਕਿ ਮੈਨੂੰ ਸੱਚ ਦੀਆਂ ਅੱਖਾਂ ਪ੍ਰਾਪਤ ਹੋ ਗਈਆਂ। ਜਗ ਦਾ ਮਤਲਬ ਮੇਰਾ ਸੋਚਣ ਦਾ ਢੰਗ। ਇਹ ਜੇ ਆਪਣੇ ਸੁਧਾਰ ਵਾਸਤੇ ਇਸ ਪੱਖੋਂ ਸਮਝੀਏ ਤਾਂ ਮੈਨੂੰ ਇੰਝ ਸਮਝ ਆਇਆ ਮੇਰੇ ਟ੍ਰੈਡੀਸ਼ਨਲ ਅਰਥ ਤੋਂ ਗਲਤ ਵੀ ਹੋ ਸਕਦੇ ਨੇ, ਪਰ ਤੁਹਾਡੇ ਵਾਲੀ ਗੱਲ ਮੈਨੂੰ ਵੀ ਬਿਲਕੁਲ ਇਸ ਤਰ੍ਹਾਂ ਹੀ ਕੁਐਸਚਨ ਪੈਦਾ ਹੋਇਆ ਸੀ ਕਿ ਮਰਨ ਤੋਂ ਬਾਅਦ ਪੰਛੀ ਆਲਣੇ ਬਣਾਉਣ ਜਾਂ ਨਾ ਬਣਾਉਣ, ਪ੍ਰੈਜ਼ੈਂਟ ਕੀ ਹੁੰਦਾ ਹੈ। ਮਰਨ ਤੋਂ ਬਾਅਦ ਤਾਂ ਲੋਕੀ ਢੇਰ ਸਾਰੀਆਂ ਸ਼ਾਲਾਂ ਪਾ ਕੇ ਵੀ ਉੱਥੇ ਸਾਨੂੰ ਸੰਸਕਾਰ ਕਰਦੇ ਨੇ ਤੇ ਦਬਾਉਣ ਵਾਲੇ ਬੜੇ ਸੋਹਣੇ ਡੱਬੇ 'ਚ ਪਾ ਕੇ ਦਬਾ ਆਉਂਦੇ ਨੇ ਤੇ ਸਾਰਿਆਂ ਦੇ ਨਾਲ ਐਪਲੀਕੇਬਲ ਅਰਥ ਸਮਝਣ ਵੇਲੇ ਅਸੀਂ ਜੀਂਦੇ ਜੀ ਸਮਝ ਸਕਦੇ ਹਾਂ ਮੇਰੇ ਅੰਦਰ ਸੱਚ ਦੇ ਪੰਖੀ ਕਿਸ ਤਰ੍ਹਾਂ ਪੈਦਾ ਹੋ ਸਕਦੇ ਨੇ, ਕਿਉਂਕਿ ਮਨ ਪੰਖੀ ਪਿਓ ਉੱਡ ਉੱਡਦਾ ਦਿਸ ਜਾਏ ਵਾਲਾ ਪੰਖੀ ਬਣ ਸਕਦਾ ਹੈ ਤੇ ਮਨ ਹੰਸ ਵੀ ਬਣ ਸਕਦਾ ਹੈ। ਹੰਸ ਅਤੇ ਉਹ ਹੀਰੇ ਮੋਤੀ ਚੁਗਣ ਵਾਲਾ ਹੰਸ ਅਤੇ ਮਨ ਮੈਂ ਸਿਮਰਨ ਕਰਿਆ ਵਾਲਾ ਗੀਜ਼ ਅਸੀਂ ਬਣ ਸਕਦੇ ਹਾਂ। ਉਹ ਠਾਕੁਰ ਕਰਤਲ ਧਰਿਆ ਵਾਲਾ ਖਜ਼ਾਨਾ ਸਾਡੇ ਸਭ ਕੋਲ ਅੰਦਰ ਪ੍ਰਾਪਤ ਹੈ। ਉਹਦੇ ਵਾਸਤੇ ਉਹ ਅੱਖਾਂ ਚਾਹੀਦੀਆਂ ਨੇ ਜਿਨ੍ਹਾਂ ਅੱਖਾਂ ਦੇ ਨਾਲ ਮੈਂ ਅੰਦਰ ਝਾਤੀ ਮਾਰ ਸਕਾਂ, ਮੇਰਾ ਸੋਚਣ ਦਾ ਢੰਗ ਜਗ ਠੀਕ ਹੋ ਜਾਏ। ਜੀ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਬਿਲਕੁਲ ਥੈਂਕਸ। ਇਹ ਗੁਰਮੇਲ ਸਿੰਘ ਜੀ ਲਈ ਇਹਨਾਂ ਅਸੀਂ ਲਿੰਕ ਵੀ ਪਾਇਆ, ਡਿਟੇਲਡ ਵਿਚਾਰ ਜਿਹੜੀ ਹੈਗੀ ਆ ਉਹ ਮੈਸੇਜ ਬਾਕਸ ਵਿੱਚ ਦਿੱਤੇ ਹੋਏ ਲਿੰਕ ਤੋਂ ਸੁਣੀ ਜਾ ਸਕਦੀ ਹੈ। ਸੋ YouTube ਦਾ ਅਸੀਂ ਲਿੰਕ ਪਾਇਆ ਜਿਹਦੇ ਵਿੱਚ ਵੀਰ ਜੀ ਨੇ ਡਿਟੇਲਡ ਵਿਚਾਰ ਇਸੇ ਸ਼ਲੋਕ ਦੀ ਕੀਤੀ ਹੈ। ਥੈਂਕ ਯੂ। ਹਾਂਜੀ, ਅਸੀਂ ਆਪਣਾ ਜੇ ਹੋਰ ਕੋਈ ਕੁਐਸਚਨ ਹੈ ਤੇ ਉਹ ਲੈ ਲਓ, ਨਹੀਂ ਤੇ ਅਸੀਂ ਅੱਜ ਇੱਥੇ ਆਪਣਾ ਸਭ ਦਾ ਟਾਈਮ ਦੇਖਦੇ ਹੋਏ ਆਪਣੇ ਆਪ ਨੂੰ ਅਸੀਂ ਇੱਥੇ ਸੰਕੋਚਦੇ ਹਾਂ ਤਾਂ ਕਿ ਅਸੀਂ ਅਗਲੀ ਵਾਰੀ ਇਸ ਰੀਕੈਪ ਦੇ ਨਾਲ ਇਸ ਟਰਮ ਨੂੰ ਹੋਰ ਗਹਿਰਾਈ ਵਿੱਚ ਸਮਝਣ ਦਾ ਯਤਨ ਕਰਾਂਗੇ ਕਿ 84 ਭੁਗਤਣਾ ਕੀ ਹੁੰਦਾ ਹੈ। ਠੀਕ ਹੈ ਜੀ। ਜੀ ਸਾਡੇ ਕੋਲ ਹੋਰ ਕੋਈ ਸਵਾਲ ਤਾਂ ਨਹੀਂ ਹੈ, ਸੋ ਮੈਂ ਬਹੁਤ ਧੰਨਵਾਦੀ ਹਾਂ ਜੁਝਾਰ ਜੀ। ਤੁਸੀਂ ਉਹ ਆਪਣਾ 15 ਅਗਸਤ ਦੇ ਸੈਮੀਨਾਰ ਦਾ ਪੋਸਟਰ ਜਲਦੀ ਤੋਂ ਬਣਾ ਲਵੋ, ਮੇਰੀ ਬੇਨਤੀ ਹੈ। ਤੇ ਉਹਦਾ ਨਾਂ ਜਿਹੜਾ ਤੁਸੀਂ ਰੱਖਿਆ ਹੈ ਡਿਵਾਈਨ ਮੈਕੈਨਿਜ਼ਮਸ ਆਫ ਹਿਊਮਨ ਬੋਡੀ ਜਾਂ ਰੂਹਾਨੀ ਘਾੜਤ ਆਫ ਮਨੁੱਖ ਦੀ ਜਿਹੜੀ ਹੈ ਉਹਦੇ ਬਾਰੇ ਜਰਾ ਛੇਤੀ ਕਰ ਲੋਗੇ ਤਾਂ ਕਿ ਲੋਕੀ ਆਪਣੇ ਆਪ ਨੂੰ ਟਾਈਮਿੰਗ ਦੇ ਹਿਸਾਬ ਦੇ ਨਾਲ ਸਕੈਜੂਅਲ ਕਰ ਸਕਣਗੇ ਤੇ ਅਸੀਂ ਉਸ ਦਿਨ ਮੈਕਸਿਮਮ ਉਹਦੀ ਸਾਂਝ ਕਰ ਪਾਵਾਂਗੇ, ਹੈ ਨਾ। ਤੁਸੀਂ ਉਸ ਦਿਨ ਵੈਬੀਨਾਰ ਕਰਨਾ ਹੈ ਤਾਂ ਵੈਬੀਨਾਰ ਕਰਨ ਵਾਸਤੇ ਲਿੰਕ ਮੈਕਸਿਮਮ ਲੋਕਾਂ ਤੱਕ ਪਹੁੰਚ ਜਾਏ ਤਾਂ ਕਿ ਉਹ ਪਰਿਵਾਰ ਸਮੇਤ ਆਪਣੇ ਫਰੈਂਡ ਸਮੇਤ ਇਸ ਨੂੰ ਸਾਂਝ ਕਰ ਸਕੀਏ, ਹੈ ਨਾ। ਮੈਂ ਬਹੁਤ ਜਲਦੀ ਅਸੀਂ ਸੰਗਤਾਂ ਨਾਲ ਇਸ ਟੌਪਿਕ ਨੂੰ ਸਾਂਝ ਕਰਾਂਗੇ ਜਿਹੜਾ ਵਿਸ਼ਾ ਹੈਗਾ ਮਨੁੱਖ ਦੀ ਰੂਹਾਨੀ ਘਾੜਤ, ਡਿਵਾਈਨ ਮੈਕੈਨਿਜ਼ਮ ਆਫ ਹਿਊਮਨ ਬੋਡੀ। ਸੋ 1-2 ਦਿਨ 'ਚ ਤੁਹਾਡੇ ਕੋਲ ਪੋਸਟਰ ਆ ਜਾਏਗਾ ਐਂਡ ਤੁਸੀਂ ਵੀ ਮੈਕਸਿਮਮ ਇਹਨੂੰ ਫਲੋਟ ਕਰਕੇ ਸੰਗਤਾਂ ਨਾਲ ਸਾਂਝ ਪਾਓ ਸੋ ਦੈਟ ਮੈਕਸਿਮਮ ਪੀਪਲ ਕੈਨ ਬੀ ਬੈਨੀਫਿਟਡ ਵਿਦ ਦਿਸ। ਸੋ ਮੈਂ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਕਿ ਹਰ ਵਾਰ ਦੀ ਤਰ੍ਹਾਂ ਤੁਸੀਂ ਸਾਰੇ ਸਾਡੇ ਨਾਲ ਕਨੈਕਟ ਹੋਏ ਤੇ ਅਗਲੀ ਵਾਰੀ ਅਗਲੇ ਸੈਟਰਡੇ ਇਸੇ ਤਰ੍ਹਾਂ ਅਸੀਂ 84 ਭੁਗਤਣਾ ਬਾਰੇ ਸਮਝਾਂਗੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
वाहगुरु जी का खालसा, वाहगुरु जी की फतेह। नमस्कार, खुदा हाफिज, गुड इवनिंग, थैंक्स। थैंक यू।